ਅਕਾਲ ਤੁਹਾਡਾ। ਸੋ ਕੁਲਦੀਪ ਸਿੰਘ ਜੀ, ਅੱਜ ਜਿਹੜਾ ਇੱਕ ਹੋਰ ਬਹੁਤ ਅਹਿਮ ਵਿਸ਼ਾ ਆ, ਬਹੁਤ ਅਹਿਮ ਮੁੱਦਾ ਆ, ਜੀ ਉਹਦੇ ਤੇ ਗੱਲਬਾਤ ਕਰਨੀ ਵੀ ਸਾਡੀ ਬਣਦੀ ਆ, ਕਿਉਂਕਿ ਸਾਡਾ ਫਰਜ਼ ਬਣਦਾ ਮੀਡੀਆ 'ਚ ਰਹਿ ਕੇ ਇਹੋ ਜਿਹੀਆਂ ਗੱਲਾਂ ਲੋਕਾਂ ਸਾਹਮਣੇ ਖੁੱਲ੍ਹ ਕੇ ਲੈ ਕੇ ਆਈਏ, ਦੋਨੇ ਪੱਖ ਰੱਖੀਏ ਅਸੀਂ ਜੀ। ਔਰ ਮੈਂ ਚਾਹੂੰਗੀ ਕਿ ਥੋੜਾ ਜਿਹਾ ਉਸ ਟੌਪਿਕ ਦੇ ਬਾਰੇ ਤੁਸੀਂ ਦੱਸੋ ਜੀ। ਅਸਲ ਦੇ ਵਿੱਚ ਜਿਹੜਾ ਅੱਜ ਦਾ ਵਿਸ਼ਾ ਹੈ, ਬਾਕੀ ਰਹਿੰਦੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਨਿਊਜ਼ ਆਈ ਸੀ ਜਿਹਦੇ ਵਿੱਚ ਦੋ ਨੌਜਵਾਨ ਲੜਕੇ ਜਿਨ੍ਹਾਂ ਦੇ ਦਸਤਾਰਾਂ ਬੰਨੀਆਂ ਹੋਈਆਂ ਨੇ ਮਾਫ ਕਰਨਾ ਮੈਕਸੀਕੋ ਦੇ ਕੈਨਕੂਨ ਦੇ ਵਿੱਚ, ਜਿੱਥੇ ਜਿਹੜੀ ਸਾਈਡ ਡੈਸਟੀਨੇਸ਼ਨ ਹੁੰਦੀ ਹੈ, ਖਾਸ ਕਰਕੇ ਲੋਕ ਉੱਥੇ ਵਿਆਹ ਕਰਨ ਲਈ ਜਾਂਦੇ ਆ। ਤੇ ਉਹ ਜਦੋਂ ਵਿਆਹ ਦੀ ਵੀਡੀਓ ਦੇਖੀ, ਤਸਵੀਰਾਂ ਦੇਖੀਆਂ, ਤੇ ਪਤਾ ਲੱਗਾ ਕਿ ਦੋਨੋਂ ਲੜਕੇ ਸਾਡੇ ਆਪਣੇ ਧਰਮਾਂ ਨਾਲ ਬਿਲੋਂਗ ਕਰਦੇ ਆ। ਇੱਕ ਲੜਕਾ ਸੰਦੀਪ ਸੀ ਜਿਹੜਾ ਪੰਜਾਬੀ ਹੈ, ਦੂਸਰਾ ਲੜਕਾ ਸਿਧਾਰਥ ਸੀ ਜਿਹੜਾ ਹਿੰਦੂ ਧਰਮ ਨਾਲ ਬਿਲੋਂਗ ਕਰਦਾ। ਪਰ ਇਹਨਾਂ ਦੋਨਾਂ ਨੇ ਜਿਹੜੀ ਸ਼ਾਦੀ ਕੀਤੀ, ਠੀਕ ਹੈ, ਹਰੇਕ ਨੂੰ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਿੱਥੇ ਚਾਹੇ ਉੱਥੇ, ਉਹਨਾਂ ਕੋਲ ਪੂਰਨ ਅਧਿਕਾਰ ਨੇ, ਉਹਨਾਂ ਕੋਲ ਰਾਈਟਸ ਨੇ। ਪਰ ਉਹਨਾਂ ਨੇ ਵਧੀਆ ਥਾਂ ਚੁਣੀ ਕਿ ਅਸੀਂ ਮੈਕਸੀਕੋ ਜਾ ਕੇ ਪਰਿਵਾਰ ਦੇ ਜੀ ਨਾਲ ਲਿਜਾ ਕੇ ਉਹਨਾਂ ਦੀ ਸ਼ਾਦੀ ਨਹੀਂ ਹੋਈ ਬਲਕਿ ਆਨੰਦ ਕਾਰਜ ਹੋਏ ਨੇ। ਉਸ ਆਨੰਦ ਕਾਰਜ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੇਖਣ ਵਾਲੀ ਚੀਜ਼ ਇਹ ਹੈ ਕਿ ਬੀਚ ਦੇ ਉੱਤੇ ਬਕਾਇਦਾ ਆਨੰਦ ਕਾਰਜ ਹੋਏ ਨੇ, ਮਿਲਣੀਆਂ ਹੋਈਆਂ ਨੇ, ਪਾਰਟੀ ਹੋਈ ਹੈ ਸ਼ਾਮ ਨੂੰ। ਤੇ ਬਾਅਦ ਦੇ ਵਿੱਚ ਜਦੋਂ ਘੋਖ ਪੜਤਾਲ ਕੀਤੀ, ਪਤਾ ਲੱਗਾ ਕਿ ਜਿਹੜੇ ਇਹ ਆਨੰਦ ਕਾਰਜ ਹੋਏ ਨੇ ਉਹ ਆਨੰਦ ਕਾਰਜ ਕਰਨ ਵਾਲੇ ਕੌਣ ਨੇ, ਜਿਹੜੀ ਸਭ ਤੋਂ ਵੱਡੀ ਗੱਲ ਹੈ। ਇਸ ਬਾਬਤ ਅੱਜ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਆਪਾਂ ਦੋ ਖਾਸ ਸ਼ਖਸੀਅਤਾਂ ਨੇ ਸਾਡੀ ਕਮਿਊਨਿਟੀ ਦੀਆਂ, ਜਿਨ੍ਹਾਂ ਨੂੰ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਜਾ ਰਹੇ ਹਾਂ। ਇੱਕ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ, ਤੇ ਦੂਸਰੀ ਸ਼ਖਸੀਅਤ ਹੋਣਗੇ ਸਾਡੇ ਨਾਲ ਜਿਹੜੇ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ। ਜਦੋਂ ਮੈਂ ਗੱਲ ਕਰ ਰਿਹਾ ਕਿ ਇਹ ਜਿਹੜੀ ਸ਼ਾਦੀ ਆਨੰਦ ਕਾਰਜ ਕਰਵਾਏ ਗਏ ਨੇ, ਆਨੰਦ ਕਾਰਜ ਕਰਾਉਣ ਦੇ ਲਈ ਵਿਅਕਤੀ ਕੌਣ ਸਨ, ਇਹ ਮੈਂ ਰਾਤ ਕਾਫੀ ਲੇਟ ਪਤਾ ਕੀਤਾ ਕਿ ਆਨੰਦ ਕਰਾਉਣ ਵਾਲਾ ਜਿਹੜਾ ਗ੍ਰੰਥੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ ਵਾਲਾ ਹੈ। ਮੈਨੂੰ ਭੁਲੇਖਾ ਇਹ ਸੀ ਕਿ ਮੈਕਸੀਕੋ ਦੇ ਵਿੱਚ ਇੱਕ ਮੈਕਸੀਕਨ ਸਿੰਘ ਹੈ ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਜਾਂਦਾ ਹੈ ਤੇ ਆਨੰਦ ਕਾਰਜ ਕਰਾਉਂਦਾ ਹੈ। ਪਰ ਰਾਤ ਦੇਰ ਪਤਾ ਲੱਗਾ ਕਿ ਜਿਹੜਾ ਆਨੰਦ ਕਾਰਜ ਕਰਾਉਣ ਵਾਲਾ ਵਿਅਕਤੀ ਹੈ ਸਾਡੇ ਆਪਣੇ ਸ਼ਹਿਰ ਦਾ ਹੈ। ਉਹਦਾ ਨਾਮ ਹੈ, ਉਸ ਵਿਅਕਤੀ ਦਾ, ਸਰਬਜੀਤ ਸਿੰਘ ਨੀਲ। ਵਾਹ! ਜਦੋਂ ਮੈਂ ਨੀਲ ਨਾਮ ਸੁਣਿਆ ਤੇ ਇੱਕਦਮ ਚੌਂਕ ਗਿਆ ਕਿ ਕਿਤੇ ਉਹੀ ਤਾਂ ਨਹੀਂ ਸਾਡੇ ਸ਼ਹਿਰ ਦੇ ਵਿੱਚ ਰਹਿਣ ਵਾਲਾ। ਫਿਰ ਬਾਅਦ 'ਚ ਕਨਫਰਮ ਹੋਇਆ ਕਿ ਹਾਂ, ਉਹਦੀ ਜਿਹੜੀ ਪਤਨੀ ਹੈ ਬੀਬੀ ਬਾਰਬਰਾ ਫਰੇਜ਼ਰ, ਲੀਲਾ ਸਿੰਘ ਦੇ ਨਾਮ ਨਾਲ ਜਾਣੀ ਜਾਂਦੀ ਹੈ, ਉਹ ਵੀ ਨਾਲ ਹੁੰਦੀ ਹੈ। ਇਹ ਵਿਅਕਤੀ ਆਪਣੇ ਕੈਰੀ ਆਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲੈ ਕੇ ਜਾਂਦੇ ਨੇ। ਜਿਨ੍ਹਾਂ ਨੇ ਵਿਆਹ ਕਰਨਾ ਹੁੰਦਾ ਉਹਨਾਂ ਦੇ ਨਾਲ ਬਕਾਇਦਾ ਕੰਟਰੈਕਟ ਸਾਈਨ ਕਰਦੇ ਆ ਕਿ ਅਸੀਂ 2000 ਤੁਹਾਡੇ ਆਨੰਦ ਕਾਰਜ ਦਾ ਲੈਣਾ ਹੈ। ਇਹਦੇ ਵਿੱਚ ਮਹਿੰਦੀ, ਸ਼ਾਮ ਦਾ ਸ਼ਗਨ, ਗੀਤ ਸੰਗੀਤ ਦੇ ਪੈਸੇ ਅਲੱਗ ਹੋਣਗੇ। 2 ਜਣਿਆਂ ਦੀਆਂ ਟਿਕਟਾਂ ਇੱਥੋਂ ਲੈ ਕੇ ਮੈਕਸੀਕੋ ਤੱਕ ਦੀਆਂ ਹੋਣਗੀਆਂ, ਸਾਈਡ ਡੈਸਟੀਨੇਸ਼ਨ ਦੀਆਂ, ਪਲੱਸ ਸਾਡੇ ਰਹਿਣ ਦਾ ਖਰਚਾ ਹੋਏਗਾ, ਖਾਣ ਪੀਣ ਦਾ ਖਰਚਾ, ਸਾਡੀ ਟੈਕਸੀ ਦਾ, ਤੇਲ ਦਾ ਤੇ ਟਰਾਂਸਪੋਰਟ ਦਾ ਖਰਚਾ ਤੁਹਾਡਾ ਹੋਏਗਾ। ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਕੌਣ ਕਰਵਾ ਰਿਹਾ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਜਦੋਂ ਕਿਸੇ ਮੀਡੀਆ ਵਾਲੇ ਨੇ ਅੰਡਰਗਰਾਊਂਡ ਹੋ ਕੇ ਆਪਣਾ ਨਾਂ ਦੀ ਆਇਡੈਂਟੀਟੀ ਛੁਪਾ ਕੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਉੱਥੇ ਰੱਖੇ ਹੋਏ ਨੇ ਜਾਂ ਕੀ ਕਰਦੇ ਹੋ? ਕਹਿੰਦਾ ਜੀ ਨਹੀਂ, ਮੈਂ ਤਾਂ ਕੈਰੀ ਔਨ 'ਚ ਲੈ ਕੇ ਜਾਣਾ। ਕਹਿੰਦਾ ਕੈਰੀ ਔਨ 'ਚ? ਕਹਿੰਦਾ ਹਾਂ। ਕਹਿੰਦਾ ਫਿਰ ਜੇ ਕੈਰੀ ਔਨ 'ਚ ਲੈ ਕੇ ਜਾਣਾ ਹੈ ਤੇ ਕਦੇ ਚੈੱਕ ਨਹੀਂ ਹੋਏ? ਕਹਿੰਦਾ ਨੋ, ਕੈਰੀ ਔਨ ਦੇ ਵਿੱਚ ਉਸੇ ਤਰ੍ਹਾਂ ਲੈ ਕੇ ਜਾਣੇ, ਉੱਥੇ ਕੋਈ ਪਾਲਕੀ ਨਹੀਂ, ਕੋਈ ਪਾਲਕੀ ਨਹੀਂ। ਉਹਨੇ ਫੋਲਡਿੰਗ ਸਾਰਾ ਸਮਾਨ ਰੱਖਿਆ, ਸਾਰਾ ਸਾਊਂਡ ਸਿਸਟਮ, ਐਵਰੀਥਿੰਗ। ਯਾਨੀ ਕਿ 3000 ਤੋਂ ਲੈ ਕੇ 4000 ਤੋਂ ਉੱਤੇ
ਬਲਕਿ ਟਿਕਟਾਂ ਨਾਲ ਪਾਈ ਤੇ 5000 ਤੋਂ ਉੱਤੇ ਮੈਰਿਜ ਦਾ ਇਸ ਗਰੁੱਪ ਵੱਲੋਂ ਚਾਰਜ ਕੀਤਾ ਜਾਂਦਾ ਹੈ। ਤੇ ਇਸੇ ਸੰਬੰਧ ਦੇ ਵਿੱਚ ਅੱਜ ਅਸੀਂ ਖਾਸ ਕਰਕੇ ਪਹਿਲਾਂ ਸਾਡੇ ਕੋਲ ਗਿਆਨੀ ਜਸਵੀਰ ਸਿੰਘ ਜਿਹੜੇ ਕਿ ਗੁਰਦੁਆਰਾ ਸਾਹਿਬ ਤੋਂ ਬੜੇ ਲੰਮੇ ਸਮੇਂ ਤੋਂ ਧਾਰਮਿਕ ਸੰਸਥਾਵਾਂ ਨਾਲ ਜੁੜੇ ਨੇ, ਇੱਥੇ ਨਹੀਂ ਬਲਕਿ ਇਹਨਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਲੇਖ ਲਿਖੇ ਨੇ। ਸਿੱਖ ਮਾਰਗ ਤੇ ਜਾ ਕੇ ਦੇਖੋ ਤੁਸੀਂ, ਇਹਨਾਂ ਦੇ ਬੜੇ ਵੱਡੇ ਵੱਡੇ ਲੇਖ ਲਿਖੇ ਹੋਏ ਨੇ, ਬੜੇ ਵੱਡੇ ਵੱਡੇ ਜਿਹੜੇ ਕਾਨਫਰੰਸਾਂ ਹੁੰਦੀਆਂ ਨੇ ਉਹਨਾਂ ਵਿੱਚ ਜਾ ਕੇ ਸ਼ਮੂਲੀਅਤ ਕਰਦੇ ਆ, ਤੇ ਉਹਦੇ ਨਾਲ ਦੀ ਨਾਲ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੇ, ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਅੱਜ ਧਾਰਮਿਕ ਪੁਆਇੰਟ ਆਫ ਵਿਊ ਤੋਂ ਗਿਆਨੀ ਜਸਵੀਰ ਸਿੰਘ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਜੀ। ਭਾਈ ਸਾਹਿਬ ਜੀਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੂਸਰੇ ਹਿੱਸੇ ਦੇ ਵਿੱਚ ਸਾਡੇ ਕੋਲ ਡਾਕਟਰ ਪ੍ਰਗਟ ਸਿੰਘ ਪੁਰਜੀ। ਡਾਕਟਰ ਸਾਹਿਬ ਜੀ, ਅਸੀਂ ਡਾਕਟਰ ਸਾਹਿਬ ਨੂੰ ਡਾਇਲ ਕਰ ਰਹੇ ਹਾਂ। ਡਾਕਟਰ ਪ੍ਰਗਟ ਸਿੰਘ ਪੁਰਜੀ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਜਿਹੜੀ ਗੱਲਬਾਤ ਮੈਂ ਕੀਤੀ ਹੈ ਜੀ ਕਿ ਜਿਹੜਾ ਇਹ ਆਨੰਦ ਕਾਰਜ ਹੋਇਆ, ਇੱਕ ਤਾਂ ਹੁੰਦਾ ਨਾ ਵੀ ਚਲੋ ਗਏ ਉੱਥੇ ਮਾਲਾ ਪਾਤੀ, ਤੁਸੀਂ ਕਾਨੂੰਨੀ ਤੌਰ ਦੇ ਉੱਤੇ ਜਾ ਕੇ ਉੱਥੇ ਕੋਰਟ ਦੇ ਵਿੱਚੋਂ ਜਾ ਕੇ ਸਾਈਨ ਕਰਵਾ ਲਏ ਜੱਜ ਤੋਂ, ਜਾਂ ਜਿਹੜੇ ਮੈਰਿਜ ਰਜਿਸਟਰ ਕਰਨ ਵਾਲੇ ਨੇ, ਮੈਰਿਜ ਤੁਹਾਡੀ ਰਜਿਸਟਰ ਹੋ ਗਈ। ਪਰ ਇਸ ਮਾਮਲੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਲਿਜਾਂਦੇ ਗਏ ਨੇ, ਜਿਹੜੇ ਕਿ 1998 ਦੇ ਵਿੱਚ, ਮੈਨੂੰ ਯਾਦ ਹੈ 1998 ਦੇ ਵਿੱਚ ਇੱਕ ਹੁਕਮਨਾਮਾ ਆਇਆ ਸੀ। ਡਾਕਟਰ ਪੁਰਜੀ ਆਈ ਥਿੰਕ ਸਾਡੇ ਨਾਲ ਲਾਈਨ ਤੇ ਐਡਜਸਟ ਕਰੀ ਉਹਨਾਂ ਨੇ, ਡਾਕਟਰ ਸਾਹਿਬ ਨਾਲ ਆ ਗਏ ਨੇ। ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ, ਔਰ ਸਾਰੇ ਹੀ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੇਰੇ ਨਾਲ ਗਿਆਨੀ ਜਸਵੀਰ ਸਿੰਘ ਜੀ ਉਹ ਨਾਲ ਨੇ, ਗੱਲ ਕਰ ਰਹੇ ਸਾਂ ਜਿਹੜੇ ਦੋ ਨੌਜਵਾਨ, ਹਾਂਜੀ, ਸੰਦੀਪ ਤੇ ਸਿਧਾਰਥ, ਜਿਨ੍ਹਾਂ ਨੇ ਪਿਛਲੇ ਦਿਨੀ ਕੈਨਕੁਨ ਦੇ ਵਿੱਚ ਜਾ ਕੇ ਜਿਹੜੀ ਸਾਈਡ ਡੈਸਟੀਨੇਸ਼ਨ ਹੈ, ਡੈਸਟੀਨੇਸ਼ਨ ਵੈਡਿੰਗ ਕੀਤੀ ਹੈ, ਉਸ ਬਾਬਤ ਬੜਾ ਵਿਵਾਦ ਹੋਇਆ। ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਉਹਦੇ ਉੱਤੇ ਪਰਸੋਂ ਇੱਕ ਲੈਟਰ ਜਾਰੀ ਕੀਤਾ, ਉਹਨਾਂ ਦੇ ਜਿਹੜੇ ਨਿੱਜੀ ਸਹਾਇਕ ਨੇ ਸਰਦਾਰ ਜਸਪਾਲ ਸਿੰਘ, ਕਿ ਜਿਹੜੇ ਸਰਬਜੀਤ ਸਿੰਘ ਨੀਲ ਨੇ, ਮੈਨੂੰ ਬਾਅਦ 'ਚ ਪਤਾ ਲੱਗਾ ਕਿ ਸਰਬਜੀਤ ਸਿੰਘ ਨੀਲ ਤਾਂ ਸਾਡੇ ਆਪਣੇ ਸ਼ਹਿਰ ਦੇ ਆ, ਉਹ ਤੇ ਉਹਨਾਂ ਦੀ ਵਾਈਫ ਬਾਰਬਰਾ ਫਰੇਜ਼ਰ ਲੀਲਾ, ਉਹਨਾਂ ਦੋਨਾਂ ਨੂੰ ਕਿਹਾ ਕਿ ਜਿਹੜੀ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਉਹ ਗੁਰਦੁਆਰਾ ਸਾਹਿਬ ਛੱਡ ਆਓ, ਤੇ ਉਹਨਾਂ ਨੂੰ ਸ਼ਾਇਦ ਪੇਸ਼ ਹੋਣ ਲਈ ਵੀ ਅੱਗੇ ਤੋਂ ਬਾਅਦ ਕਹਿਣਗੇ। ਮੇਰੇ ਨਾਲ ਗਿਆਨੀ ਜੀ ਵੀ ਨਾਲ ਨੇ, ਗਿਆਨੀ ਜਸਵੀਰ ਸਿੰਘ ਹੁਣੀ। ਮੈਡੀਕਲ ਪੁਆਇੰਟ ਆਫ ਵਿਊ ਤੇ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਥੋੜਾ ਜਿਹਾ। ਮੈਂ ਚਾਹੁੰਦਾ, ਕਿਉਂਕਿ ਤੁਹਾਡੀਆਂ ਅੱਗੇ ਅਪਾਇੰਟਮੈਂਟ ਵੀ ਨੇ, ਥੋੜਾ ਜਿਹਾ ਸਮਾਂ ਵੀ ਲੇਟ ਹੋ ਗਿਆ, ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ ਕਿ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਇਹ ਜਿਹੜਾ ਆਨੰਦ ਕਾਰਜ ਹੋਇਆ, ਕਿਉਂਕਿ ਤੁਸੀਂ ਦੇਰ ਨਾਲ ਸ਼ਾਮਲ ਹੋਏ ਹੋ, ਇਸ ਆਨੰਦ ਕਾਰਜ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਨੀਲ ਤੇ ਉਹਨਾਂ ਦੀ ਪਤਨੀ ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਮੈਕਸੀਕੋ 'ਚ ਲੈ ਕੇ ਜਾਂਦੇ ਆ, ਔਰ ਉਸ ਬੀੜ ਨੂੰ ਕੈਰੀ ਆਨ ਦੇ ਵਿੱਚ ਲੈ ਕੇ ਜਾਂਦੇ ਆ, ਔਰ ਉਸੇ ਬੀੜ ਨੂੰ ਉਸੇ ਹੋਟਲ ਦੇ ਵਿੱਚ, ਜਿੱਥੇ ਸ਼ਰਾਬ ਵੀ ਚੱਲ ਰਹੀ ਹੈ, ਹਰ ਤਰ੍ਹਾਂ ਦੇ ਹੋਰ ਡਾਂਸ ਵੀ ਹੋ ਰਹੇ ਨੇ, ਔਰ ਬੀਚ ਦੇ ਉਸ ਥਾਂ ਦੇ ਉੱਤੇ ਡੈਸਟੀਨੇਸ਼ਨ ਵੈਡਿੰਗ ਕੀਤੀ ਹੈ, ਜਿੱਥੇ ਹਰ ਪਲ ਦੇ ਵਿੱਚ 2-2 ਮਿੰਟਾਂ ਬਾਅਦ, ਕਿਉਂਕਿ ਭਾਵੇਂ ਉੱਥੇ ਕੈਨਕੁਨ ਦੀ ਗੱਲ ਕਰੀਏ ਜਾਂ ਲਾਸ ਕਾਬੋਸ ਦੀ ਗੱਲ ਕਰੀਏ, ਪੁਰਤਾ ਵਲਾਰਤਾ ਦੀ ਗੱਲਬਾਤ ਕਰੀਏ, ਜਾਂ ਰਵੇਰਾ ਮਾਇਆ ਦੀ ਗੱਲਬਾਤ ਕਰੀਏ, ਜਾਂ ਕੈਨਕੁਨ ਜਿੱਥੇ ਇਹ ਵੈਡਿੰਗ ਹੋ ਰਹੀਆਂ ਨੇ, ਉੱਥੇ ਸ਼ਰੇਆਮ 24 ਘੰਟੇ ਉਹ ਜਿਹੜੇ ਸ਼ਰਾਬ ਲੈ ਕੇ ਤੁਹਾਡੇ ਨਾਲ ਨਾਲ ਬਰਾਬਰ ਤੁਰੇ ਹੁੰਦੇ ਆ। ਖਾਸ ਕਰਕੇ ਜਿੱਥੇ ਵੈਡਿੰਗ ਹੋ ਰਹੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਉੱਥੇ ਨੇ। ਇਹਦੇ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮਨਾਮਾ ਵੀ ਆਇਆ। ਤੁਸੀਂ ਇਹਦੇ ਬਾਬਤ ਤੁਹਾਡਾ ਪ੍ਰਤੀਕਰਮ ਕੀ ਹੈ ਇਸ ਵੈਡਿੰਗ ਬਾਰੇ? ਦੋਨੋਂ ਪੁਆਇੰਟ ਨੇ, ਇੱਕ ਹੈਗਾ ਕਿ ਇਹ ਵੈਡਿੰਗ ਜਾਇਜ਼ ਹੈ, ਦੂਸਰਾ ਕਿ ਧਾਰਮਿਕ ਪੁਆਇੰਟ ਆਫ ਵਿਊ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਪਹਿਲਾਂ। ਹਾਂਜੀ, ਜਿੱਦਾਂ ਤੁਸੀਂ ਆਪ ਹੀ ਜ਼ਿਕਰ ਕੀਤਾ ਵੀਰ ਕੁਲਦੀਪ ਸਿੰਘ ਜੀ, ਜਿਹੜੇ ਸਾਡੇ ਸ਼ਰਧਾ ਭਾਵਨਾ ਔਰ ਗੁਰੂ ਦੀ ਮਰਿਆਦਾ, ਉਹਦੀ ਉਲੰਘਣਾ ਹੁੰਦੀ ਜਦੋਂ ਵੀ ਅਸੀਂ ਗੁਰਦੁਆਰੇ ਤੋਂ ਬਾਹਰ
ਏਦਾਂ ਦੇ ਸਮਾਗਮ ਕਰਦੇ ਆ ਹਾਂਜੀ ਤੇ ਮੈਂ ਦੇਖਿਆ ਸੀ ਉਹ ਵੀਡੀਓ ਵੀ, ਕੁਰਸੀਆਂ ਵੀ ਸੀ, ਗੱਦੇ ਵੀ ਡਾਏ ਹੋਏ ਸੀ, ਜੀ ਵਰਮਾਲਾ ਵੀ ਪਾਈ ਗਈ ਤੇ ਹੋਰ ਜਿਹੜੇ ਤੁਸੀਂ ਡਿਸਕ੍ਰਾਈਬ ਕੀਤਾ ਜੀ ਸ਼ਰਾਬ ਦੇ ਜਿਹੜੇ ਵੇਟਰਸ ਆ, ਕਿਉਂਕਿ ਇਹ ਜਿਹੜੀ ਹੈਗੀਆਂ ਮੋਸਟਲੀ ਆਡੰਬਰ ਜਿਹੜੇ ਹੈਗੇ ਕੁਕੇਜਨ ਮੈਰਿਜਸ ਤੋਂ ਸਟਾਰਟ ਹੋਏ ਵੀ, ਜਿੱਥੇ ਫੈਮਲੀਆਂ ਜਾ ਕੇ ਡੈਸਟੀਨੇਸ਼ਨ ਵੈਡਿੰਗ 'ਚ ਮੈਕਸੀਕੋ ਖਾਸ ਇੱਕ ਡੈਸਟੀਨੇਸ਼ਨ ਹੈਗੀ ਆ ਜਿੱਥੇ ਸਸਤਾ ਪੈਂਦਾ, ਹਵਾਈ ਵੀ ਹੁੰਦੀ ਆ, ਇੰਡੀਆ 'ਚ ਵੀ ਹੁੰਦੀਆਂ, ਜੀ ਬਹੁਤ ਜਿਹੜੇ ਬੰਬੇ ਤੋਂ ਗੋਆ ਜਾ ਕੇ ਕਰਦੇ, ਈਵਨ ਪੰਜਾਬ ਤੋਂ ਗੋਆ ਜਾ ਕੇ ਕਰਨ ਲੱਗ ਪਏ। ਮੈਂ ਇੱਕ ਦੋ ਮੀਟਿੰਗ 'ਚ ਸ਼ਾਮਿਲ ਹੋਇਆ ਸੀ। ਐਨੀਹਾਓ, ਜੀ ਸੋ ਪਹਿਲੀ ਗੱਲ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆਨੰਦ ਕਾਰਜ ਹੋਣੇ ਚਾਹੀਦੇ ਆ, ਜੀ ਔਰ ਇਹ ਸਾਡਾ ਇੱਕ ਮਰਿਆਦਾ, ਇੱਕ ਸਾਡਾ ਕਾਨੂੰਨ ਆ ਤੇ ਇਹ ਹੈਗਾ ਇੱਕ ਇਸ਼ੂ ਵੀ ਜਿਹੜੀ ਉਲੰਘਣਾ ਹੋਈ ਆ, ਜੀ ਔਰ ਮਰਿਆਦਾ ਤੇ ਜਿਹੜੀ ਸਤਿਕਾਰ ਹੈ ਗੁਰੂ ਦਾ, ਉਹਦੇ ਵਿੱਚ ਥੋੜੀ ਜਿਹੀ ਇਸ਼ੂ ਆਈ ਹੈ। ਦੂਜਾ ਇਸ਼ੂ ਹੈਗਾ ਸੇਮ ਸੈਕਸ ਮੈਰਿਜ ਦਾ, ਸੇਮ ਸੈਕਸ ਜਿਹੜੇ ਦੋਨੇ ਨੌਜਵਾਨ ਮੇਰੇ ਖਿਆਲ ਨਾਲ ਅਮਰੀਕਾ ਤੇ ਹੈਗੇ ਆ, ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਇਹ ਕਰਵਾਇਆ ਹੈ। ਬਿਲਕੁਲ ਜੀ ਸੋ ਉਹਨਾਂ ਦਾ ਪਰਸਨਲ ਇਹ ਮਾਮਲਾ ਹੈਗਾ। ਹੁਣ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਹੜੇ ਗੇ, ਲੈਸਬੀਅਨ, ਬਾਇਸੈਕਸ਼ੁਅਲ, ਜਿਹੜੇ ਹੈਗੇ ਟਰਾਂਸਜੈਂਡਰ, LBQT ਕਮਿਊਨਿਟੀ, ਉਹ ਵੀ ਇਨਸਾਨ ਨੇ ਔਰ 7.6 ਮਿਲੀਅਨ ਆਬਾਦੀ ਦੇ ਵਿੱਚ ਉਹ ਵੀ ਅੱਛੇ ਇਨਸਾਨ ਹੈ। ਜਦ ਮੈਂ ਟ੍ਰੇਨਿੰਗ ਕਰਦਾ ਸੀ UBC BC ਚਿਲਡਰਨਸ ਹਸਪੀਟਲ, ਮੇਰੇ ਦੋ ਬਹੁਤ ਅੱਛੇ ਪ੍ਰੋਫੈਸਰ ਉਹ ਵੀ ਗੇ ਸਨ, ਜਿਨ੍ਹਾਂ ਨੇ ਮੈਨੂੰ ਵਿੱਦਿਆ ਦਿੱਤੀ, ਸਕਿੱਲਸ ਦਿੱਤੀ, ਔਰ ਇਹ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਜਾਂ ਖਰਾਬ ਜਾਂ ਇਹਨਾਂ ਨੂੰ ਮਾਨਸਿਕ ਰੋਗ ਨਹੀਂ ਹੈਗਾ, ਇਹ ਬਿਲਕੁਲ ਹੈਲਦੀ ਨੇ, ਨਾਰਮਲ ਨੇ, ਖਾਲੀ ਉਹਨਾਂ ਦੀ ਸੈਕਸ਼ੂਅਲ ਪ੍ਰੈਫਰੈਂਸ ਜਿਹੜੀ ਹੈਗੀ ਆ ਉਹਨਾਂ ਦੇ ਹਿਸਾਬ ਦੀ ਹੈਗੀ। ਬਿਲਕੁਲ ਬਿਲਕੁਲ, ਉਹਨਾਂ ਦੀ ਆਪਣੀ ਚੋਇਸ ਹੈ, ਫਰੀडम ਹੈ, ਉਹਨਾਂ ਨੂੰ ਆਜ਼ਾਦੀ ਹੈ। ਦੂਜੀ ਗੱਲ ਹੈਗੀ ਆ ਵੀ ਅਗਰ ਆਪਾਂ ਰਿਸਰਚ ਤੇ ਜਾਈਏ ਤੇ ਕੈਨੇਡਾ ਤੋਂ ਔਰ ਅਮਰੀਕਾ ਤੋਂ ਰਿਸਰਚ ਆ ਰਿਹਾ, 3.5% ਆਵਾਮ ਜਿਹੜਾ ਹੈਗਾ ਉਹ ਗੇ ਔਰ ਲੈਸਬੀਅਨ ਕਬੂਲ ਚੁੱਕਿਆ। ਇਸ ਤੋਂ ਜ਼ਿਆਦਾ ਨੰਬਰ ਹੋਗਾ, ਇਹ ਤੇ ਉਹ ਆ ਜਿਹੜੇ ਕਬੂਲ ਚੁੱਕੇ ਆ। ਸੋ ਅਗਰ ਆਪਾਂ 3.5% ਵੀ ਫੜੀਏ, ਸਿੱਖਾਂ ਦੀ ਆਬਾਦੀ ਇਸ ਵੇਲੇ ਕਰੀਬਨ 30 ਮਿਲੀਅਨ ਦੇ ਲਾਗੇ ਹੈਗੀ ਹੈ ਸੰਸਾਰ 'ਚ, ਤਾਂ 1 ਮਿਲੀਅਨ ਗੇ ਔਰ ਲੈਸਬੀਅਨ ਉਹਦੇ ਵਿੱਚ ਮਿਨੀਮਮ ਹੋਣਗੇ, ਸ਼ਾਇਦ ਜ਼ਿਆਦਾ ਵੀ। ਵਾਓ। ਦੂਜੀ ਗੱਲ 3.5% ਲੋਕ ਨੇ ਜਿਹੜੇ ਉਹ, ਉਹਨਾਂ ਨੂੰ ਤੁਸੀਂ ਕਾਊਂਟ ਕਰਦੇ ਹੋ ਕਿ LGBTQ ਹੈਗੇ ਆ। ਹਾਂਜੀ, ਇਹ ਥੋੜੀ ਹੈ ਵੀ ਖਾਲੀ ਉਹ ਗੋਰਿਆਂ 'ਚ ਹੋਣਗੇ, ਹਰ ਕਮਿਊਨਿਟੀ 'ਚ ਹੈਗੇ ਆ, ਲੇਕਿਨ ਜਿਹੜਾ ਹੈਗਾ ਉਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ, ਉਹਨਾਂ ਨੂੰ ਦੁਤਕਾਰਦੇ ਰਹੇ, ਕਮਿਊਨਿਟੀ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਨਾ ਹੁੰਦਾ ਰਿਹਾ, ਉਹਨਾਂ ਦੇ ਨਾਲ ਵਿਤਕਰੇ ਹੁੰਦੇ ਰਹੇ, ਇਸ ਲਈ ਚੁੱਪ ਰਹਿੰਦੇ ਰਹੇ। ਕੈਨੇਡਾ ਨੇ 1969 'ਚ ਇਹਨੂੰ ਲੀਗਲਾਈਜ਼ ਕਰ ਦਿੱਤਾ ਸੀ, ਜਦ ਮੈਂ 6 ਸਾਲ ਦਾ ਸੀ। ਮੈਂ 1963 ਦਾ ਬੌਰਨ ਆ। ਅਮਰੀਕਾ ਦੇ ਵਿੱਚ ਵੀ ਲੀਗਲਾਈਜੇਸ਼ਨ ਹੋਇਆ ਔਰ ਆਈ ਥਿੰਕ 4-5 ਸਾਲ ਹੋ ਗਏ ਆ, ਇੰਡੀਅਨ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਵੀ ਇਹ ਆਪਸ 'ਚ ਵਿਆਹ ਵੀ ਕਰ ਸਕਦੇ ਆ, ਇਹਨਾਂ ਦੀ ਪੂਰੇ ਹੱਕ ਆ ਔਰ ਰਾਈਟਸ ਹੈਗੇ ਆ। ਜਦ ਅਸੀਂ ਕਹਿੰਦੇ ਆ ਨਾ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਇਹਨਾਂ ਦੀ ਕੋਈ ਦਿਮਾਗੀ ਪਰੇਸ਼ਾਨੀ ਨਹੀਂ ਹੈਗੀ, ਇਹਨਾਂ ਨੂੰ ਬ੍ਰੇਨ ਵਾਸ਼ ਕਰਨ ਦੀ ਲੋੜ ਨਹੀਂ ਹੈਗੀ। ਹੁਣ ਗੱਲ ਇੱਥੇ ਆਉਂਦੀ ਆ ਵੀ ਧਰਮ ਔਰ ਇਹ ਜਿਹੜੀ ਰਿਐਲਿਟੀ ਹੈ, ਇਹਨੂੰ ਕਿੱਦਾਂ ਮੇਲ ਹੁਣ ਕਰੀਏ। ਦੇਖੋ, ਜਦ ਆਪਾਂ ਬਾਣੀ ਨੂੰ ਮੇਰੇ ਹਿਸਾਬ ਦੇ ਨਾਲ ਵਿਚਾਰਾਂਗੇ ਤਾਂ ਬਾਣੀ ਕਹਿੰਦੇ ਵੀ ਜਗ ਮੇਂ ਪੁਰਖ ਏਕ ਹੈ ਔਰ ਸਗਲੀ ਨਾਰ ਸਬਾਏ। ਹੁਣ ਮੇਰਾ ਨਾ ਬਾਹਰਲਾ ਸਟਰਕਚਰ ਪੁਰਸ਼ ਦਾ ਹੈਗਾ, ਮੇਰਾ ਕ੍ਰੋਮੋਸੋਮ ਹੈਗੇ 46XY, ਠੀਕ ਹੈ, ਬਟ ਮੇਰੀ ਜਿਹੜੀ ਜੀਵ ਆਤਮਾ ਉਹ ਨਾਰੀ ਵਰਗੀ ਆ, ਜਿਹੜੀ ਪਰਿਪੂਰਨ ਪਰਮਾਤਮਾ ਨੂੰ ਮਿਲਾਪ ਕਰਨ ਦੇ ਲਈ ਚੇਸ਼ਟਾ ਰੱਖਦੀ ਹੈ। ਸੋ ਮੇਰੀ ਜਿਹੜੀ ਆਤਮਾ, ਮਹਾਰਾਜ ਨੇ ਖੁਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਵੀ ਮੇਰੀ ਜਿਹੜੀ ਆਤਮਾ ਉਹ ਫੈਮਿਨਿਨ ਹੈਗੀ ਆ, ਉਹ ਫੀਮੇਲ ਓਰੀਐਂਟਡ ਹੈ। ਸਗਲੀ ਨਾਲ ਸਬਾਈ ਦਾ ਮਤਲਬ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਜਿਹੜੀ ਆਤਮਾ ਉਹ ਫੀਮੇਲ ਹੈ ਔਰ ਗੁਰੂ ਮੇਲ ਹੈ, ਇਹਨਾਂ ਦੇ ਆਪਸੀ ਮਿਲਾਪ ਦੀ ਗੱਲਬਾਤ ਕੀਤੀ ਹੈ। ਜੀ। ਦੂਜੀ ਗੱਲ ਹੈਗੀ ਹੈ ਵੀ ਜਿਵੇਂ ਉਹਨਾਂ ਦਾ ਸ਼ਰਧਾ, ਉਹਨਾਂ ਦੀ ਭਾਵਨਾ ਗੁਰੂ ਦੇ ਅੱਗੇ ਟੇਕ ਹੈਗੀ ਆ, ਉਹਨਾਂ ਨੂੰ ਕੋਰਟ 'ਚ ਮੈਰਿਜ ਕਰਨ ਦੀ ਇਜਾਜ਼ਤ ਤੇ ਹੈਗੀ। ਔਰ ਜਦ ਮੈਂ ਪ੍ਰੋਗਰਾਮ ਉਦੋਂ ਹੀ 1-2 ਦਿਨ ਬਾਅਦ ਕੀਤਾ ਸੀ, ਬਹੁਤ ਕਮੈਂਟਸ ਆਏ ਸੀ ਵੀ ਨਹੀਂ, ਉਹਨਾਂ ਨੂੰ ਕੋਰਟ ਜਾ ਕੇ ਮੈਰਿਜ ਕਰਨੀ ਚਾਹੀਦੀ ਸੀ। ਠੀਕ ਹੈ, ਇਹ ਲੋਕਾਂ ਦੇ ਆਪਣਾ ਨਜ਼ਰੀਆ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਵੀ ਇੱਕ ਪਾਸੇ ਦਾ ਆਪਾਂ ਡੰਡੋਰਾ ਪਿੱਟਦੇ ਹਾਂ ਵੀ ਗੁਰੂ ਸਾਰੀ ਜਗ੍ਹਾ ਹੈਗਾ, ਪਰਮੇਸ਼ਰ ਸਾਰੀ ਜਗ੍ਹਾ ਹੈਗਾ, ਤਾਂ ਕੋਰਟ ਦੇ ਵਿੱਚ ਪਰਮੇਸ਼ਰ ਨਹੀਂ ਹੈਗਾ, ਕੋਰਟ ਦੇ ਵਿੱਚ ਉਹਦਾ ਕੀ ਨਿਵਾਸ ਜਿਹੜਾ ਹੈਗਾ ਨਿਕਲ ਗਿਆ। ਸੋ ਜਿਵੇਂ ਕੋਰਟ ਦੇ ਵਿੱਚ ਵੀ ਤੇ ਪਰਮੇਸ਼ਰ ਹੀ ਵਰਤ ਰਿਹਾ ਹੈ ਨਾ, ਤੇ ਗੁਰਦੁਆਰੇ ਦੇ ਵਿੱਚ ਵੀ ਤੇ ਪਰਮੇਸ਼ਰ ਹੀ ਹੈਗਾ। ਮੇਰੇ ਹਿਸਾਬ ਦੇ ਨਾਲ ਸਾਨੂੰ ਰੀਇਵੈਲੂਏਟ ਕਰਕੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਬਣਦਾ ਮਾਨ ਸਨਮਾਨ ਔਰ ਹੱਕ ਦੇਣੇ ਚਾਹੀਦੇ। ਇਹਦੇ ਉੱਤੇ ਕਮੇਟੀ ਬਿਠਾ ਕੇ ਇਹਦੇ ਉੱਤੇ ਵਿਚਾਰ ਵਿਮਰਸ਼ ਹੋਣਾ ਚਾਹੀਦਾ, ਕਿਉਂਕਿ ਅੱਜ ਕਰੀਬਨ 100 ਸਾਲ ਹੋ ਗਏ ਕੁਲਦੀਪ ਸਿੰਘ ਜੀ, ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ, ਅੱਜ ਉਹ ਬਰਾਬਰੀ ਮਿਲੀ ਆ। ਸਿਰਫ 100 ਸਾਲ ਹੀ ਹੋਏ, ਉਹ ਵੀ ਨਾਰਥ ਅਮਰੀਕਾ ਤੋਂ ਸਟਾਰਟ ਹੋਇਆ।
ਤੁਸੀਂ ਦੇਖੋ ਮੇਰੀ ਮਦਰ ਹੈ, ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਤੇ ਉਹਨਾਂ ਨੂੰ ਘੁੰਡ ਕੱਢ ਕੇ ਰੱਖਣਾ ਪੈਂਦਾ ਸੀ। ਬਿਲਕੁਲ, ਉਹ ਸਮੇਂ ਉਹਨਾਂ ਸੀ। ਨੂੰ ਪਤਾ ਹੀ ਨਹੀਂ ਸੀ ਕਿਹਦੇ ਨਾਲ ਵਿਆਹ ਹੋ ਰਿਹਾ, ਉਹਨਾਂ ਨੇ ਘੁੰਡ ਕੋਈ ਨਹੀਂ ਕੱਢ। ਤੇ ਜਿਹੜੀ ਸੀ ਟ੍ਰੈਡੀਸ਼ਨਸ ਹੁੰਦੀਆਂ, ਇਹ ਸਾਡੇ ਡਰ ਕਰਕੇ ਅਸੀਂ ਉਹਨੂੰ ਐਕਸਪੈਂਡ ਨਹੀਂ, ਖੋਲਣਾ ਨਹੀਂ ਚਾਹੁੰਦੇ, ਸਾਡਾ ਫੀਅਰ ਹੁੰਦਾ, ਫੋਬੀਆ ਹੁੰਦਾ। ਬਹੁਤ ਲੋਕੀ ਕਹਿੰਦੇ ਆ ਵੀ ਇਹ ਹੁਣ ਚਲੋ ਵਿਆਹ ਕਰਾ ਦਿੱਤੇ, ਇਹਨਾਂ ਦੇ ਬੱਚੇ ਹੋਣਗੇ, ਕਿੱਦਾਂ ਹੋਣਗੇ, ਨਹੀਂ ਹੋ ਸਕਦੇ। ਭਾਈ ਇੱਕ ਤੇ ਉਹਨਾਂ ਦੀ ਮਰਜ਼ੀ ਹੈਗੀ ਆ, ਉਹਨਾਂ ਨੇ ਬੱਚੇ ਲੈਣੇ ਕਿ ਨਹੀਂ ਲੈਣੇ। ਕਈ ਜਿਹੜੇ ਹੈਗੇ ਨਾ ਹਸਬੈਂਡ ਵਾਈਫ, ਜਿਹੜੇ ਮੇਲ ਫੀਮੇਲ, ਉਹ ਵੀ ਨਹੀਂ ਬੱਚੇ ਲੈਂਦੇ। ਮੇਲ ਫੀਮੇਲ ਵਿਆਹ ਕਰਨ ਤੋਂ ਬਾਅਦ ਬਿਲਕੁਲ ਕਈ ਤਿਆਰੀ ਕਰ ਲੈਂਦੇ ਕਿ ਅਸੀਂ ਬੱਚੇ ਅਫੋਰਡ ਨਹੀਂ ਕਰ ਸਕਦੇ। ਹਾਂਜੀ, ਹੁਣ ਕਿਊਬੈਕ 'ਚ ਜਿਹੜੀ ਬਰਥ ਰੇਟ ਹੈਗੀ ਆ ਉਹ ਮਾਈਨਸ 'ਚ ਜਾ ਰਹੀ ਆ ਕੈਨੇਡਾ ਦੇ ਵਿੱਚ। ਇੱਕ ਹੀ ਬੱਚਾ ਅਗਰ ਗੋਰੇ ਵੈਡਿੰਗ ਕਰਦੇ ਆ ਤੇ ਬੱਚਾ ਲੈਂਦੇ ਨਹੀਂ, ਜਾਂ ਇੱਕ ਹੀ ਲੈਣ ਦੀ ਉਹਨਾਂ ਦੀ ਸੰਭਾਵਨਾ ਹੁੰਦੀ ਆ, ਕਿਉਂਕਿ ਉਹ ਕਹਿੰਦੇ ਨਹੀਂ ਲੈਣਾ, ਅਸੀਂ ਆਪਣੀ ਲਾਈਫ ਜੀਣੀ। ਸੋ ਦੇਖੋ, ਇਹ ਗੇ ਲੈਸਬੀਅਨ ਰਿਲੇਸ਼ਨਸ਼ਿਪ 'ਚ ਬੱਚਾ ਉਹਨਾਂ ਨੇ ਲੈਣਾ ਕਿ ਨਹੀਂ ਲੈਣਾ, ਉਹਨਾਂ ਦੀ ਆਪਣੀ ਮਰਜ਼ੀ ਹੈ। ਹਾਂ, ਮੇਰੇ ਕੋਲ ਘੱਟ ਤੋਂ ਘੱਟ 100 ਕਪਲ ਹੈਗੇ ਗੇ ਲੈਸਬੀਅਨ ਜਿਨ੍ਹਾਂ ਦੇ ਬੱਚੇ ਹੈਗੇ। ਮੈਂ ਦੱਸਦਾ, ਜਿਹੜੇ ਲੈਸਬੀਅਨ ਹੈਗੇ ਆ ਉਹ ਡੋਨਰ ਸਪਰਮ ਦੇ ਨਾਲ ਜਿਹੜਾ ਹੈਗਾ ਬੱਚਾ ਲੈ ਲੈਂਦੇ ਆ। ਜਿਹੜੇ ਗੇ ਹੈਗੇ ਆ ਉਹ ਡੋਨਰ ਐਗ ਦੇ ਨਾਲ IVF ਬੇਬੀ, ਫਿਰ ਉਹਨੂੰ ਸਰੋਗੇਟ ਮਦਰ ਤੋਂ ਵੀ ਕਰਵਾ ਲੈਂਦੇ। ਦੇਖੋ ਟੈਕਨੋਲੋਜੀ ਅਵੇਲੇਬਲ ਆ, ਨਹੀਂ ਤੇ ਉਹ ਅਡਾਪਟ ਵੀ ਕਰ ਸਕਦੇ ਆ, ਗੋਦ ਵੀ ਰੱਖ ਸਕਦੇ ਆ। ਸੋ ਉਹ ਉਹਨਾਂ ਦੀ ਲਾਈਫ ਹੈਗੀ ਆ। ਮਾਨਯੋਗ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ, ਇਹਨਾਂ ਦੇ ਪਿਤਾ ਜੀ ਜਿਹੜੇ ਹੈਗੇ ਆ ਪੀਅਰ ਐਲੀਅਟ ਟਰੂਡੋ, ਉਹਨਾਂ ਦਾ ਇੱਕ ਸਟੇਟਮੈਂਟ ਮੈਂ ਦੱਸਦਾ ਵੀ ਦ ਸਟੇਟ ਐਂਡ ਕਮਿਊਨਿਟੀ ਹੈਜ਼ ਨੋ ਰਾਈਟ ਇਨ ਪੀਪਲਸ ਬੈਡਰੂਮ। ਜੀ, ਜਿਹੜੇ ਲੋਕਾਂ ਦਾ ਬੈਡਰੂਮ ਹੁੰਦਾ ਨਾ, ਉਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ। ਉਹ ਉਹਨਾਂ ਦਾ ਆਪਣਾ ਰਿਲੇਸ਼ਨਸ਼ਿਪ ਆ, ਔਰ ਜਿੱਦਾਂ ਵੀ ਉਹ ਪਰਫਾਰਮ ਕਰਨਾ ਚਾਹੁੰਦੇ ਆ ਜਾਂ ਮੈਨੇਜ ਕਰਨਾ ਚਾਹੁੰਦੇ, ਉਹਨਾਂ ਦੀ ਆਪਣੀ ਅੰਡਰਟੇਕਿੰਗ ਆ। ਹਾਂ, ਸੋਸਾਇਟੀ ਦੇ ਸਾਰੇ ਰੂਲਸ ਰੈਗੂਲੇਸ਼ਨ ਉਹ ਫੋਲੋ ਕਰਦੇ ਆ। ਮੈਂ ਦੱਸਿਆ 2 ਮੇਰੇ ਪ੍ਰੋਫੈਸਰ ਜਿਹੜੇ ਗਏ ਸੀ, ਬੜੇ ਲਰਨਡ ਹੈਗੇ ਆ, ਟੈਕਸ ਪੇਅਰਸ ਹੈਗੇ ਆ। ਸੋ ਮੇਰੇ ਖਿਆਲ ਨਾਲ ਉਹਨਾਂ ਨੂੰ ਆਪਾਂ ਐਕਸੈਪਟ ਕਰਨਾ ਚਾਹੀਦਾ। ਤੁਸੀਂ ਇਹ ਕਹਿੰਦੇ ਹੋ ਕਿ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੂੰ ਅਲਾਉ ਕਰ ਦੇਣਾ ਚਾਹੀਦਾ ਮੈਰਿਜ ਕਰਨੀ? ਦੇਖੋ ਹੁਣ ਉਹਨਾਂ ਦੀ ਸ਼ਰਧਾ ਭਾਵਨਾ ਤੇ ਸਿੱਖ ਫੈਮਿਲੀ ਤੇ ਹੀ ਉਹ ਬਿਲੋਂਗ ਕਰਦੇ ਆ ਨਾ। ਇਹ ਤਾਂ ਹੋ ਗਿਆ। ਮੈਂ ਇੱਕ ਹੋਰ ਕੁਐਸਚਨ ਲੈ ਕੇ ਆਉਂਦਾ ਜੀ। ਸਮਝੋ ਇੱਕ ਗੇ ਕਪਲ ਹੈਗਾ ਜੀ, ਉਹ ਦੋਵੇਂ ਚਲੇ ਜਾਂਦੇ ਗੁਰਦੁਆਰੇ, ਕਹਿੰਦੇ ਅਸੀਂ ਅਖੰਡ ਪਾਠ ਸਾਹਿਬ ਇੱਥੇ ਰਖਾਉਣਾ ਹੈ ਨਾ, ਕਦੀ ਵੀ ਮੈਨੇਜਮੈਂਟ ਨਹੀਂ ਪੁੱਛੂਗੀ ਕਿਉਂਕਿ ਉੱਥੇ ਉਹਨਾਂ ਦੇ ਪੈਸੇ ਬਣਨੇ ਆ, ਰਾਈਟ। ਸੋ ਉਹ ਕਹਿਣਗੇ ਹਾਂਜੀ ਆ ਜਾਓ, ਬੁੱਕ ਕਰ ਲੈਂਦੇ ਆ ਜੀ, ਲੰਗਰ ਦੀ ਇੰਨੀ ਹੋ ਗਈ, ਪ੍ਰਸ਼ਾਦ ਦੀ ਇੰਨੀ ਹੋ ਗਈ, ਰਾਈਟ। ਜਦੋਂ ਅਸੀਂ ਉਹ ਸਾਰੀਆਂ ਚੀਜ਼ਾਂ ਐਕਸੈਪਟ ਕਰ ਲੈਂਦੇ ਆ, ਸਿਰਫ ਉਹਨਾਂ ਦੇ ਮੈਰਿਜ ਦੇ ਉੱਤੇ ਗਿਣਤੂ ਪਰੰਤੂ ਕਰਦੇ, ਤਾਂ ਮੈਨੂੰ ਦੁੱਖ। ਓਕੇ, ਬਿਲਕੁਲ ਠੀਕ ਹੈ। ਦੂਸਰਾ ਸਵਾਲ ਜਿਹੜਾ ਵਿੱਚ ਰਹਿ ਗਿਆ ਸੀ, ਜੋ ਕੁਝ ਸਰਬਜੀਤ ਸਿੰਘ ਨੀਲ ਤੇ ਉਹਦੀ ਵਾਈਫ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਥੇ ਲਿਜਾ ਕੇ ਪ੍ਰੋਪਰ ਸਤਿਕਾਰ ਨਹੀਂ ਰੱਖਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਹੈਗਾ ਉਹਨਾਂ ਨੂੰ ਦੁਬਾਰਾ ਮਤਲਬ ਐਜੂਕੇਟ ਕਰਨਾ ਚਾਹੀਦਾ ਵੀ ਸਾਡਾ ਜਿਹੜਾ ਸਤਿਕਾਰ, ਮਾਨ ਸਨਮਾਨ, ਜਿਹੜਾ ਸ਼ਬਦ ਗੁਰੂ ਉਹਦਾ ਬਰਕਰਾਰ ਹੋਣਾ ਚਾਹੀਦਾ। ਕਿਉਂਕਿ ਜਿੱਦਾਂ ਤੁਹਾਨੂੰ ਪਤਾ ਵੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੇ ਵੀ ਇਟਲੀ 'ਚ ਵਿਆਹ ਕਰਾਇਆ ਸੀ ਤੇ ਬਹੁਤ ਉੱਥੇ ਮੀਟ ਸ਼ਰਾਬ ਹੋਰ ਲਾਗੇ ਕਮਰੇ 'ਚ ਸੀ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਾਨੂੰ ਐਜੂਕੇਸ਼ਨ ਦੇ ਤੌਰ ਤੇ ਉਹਨਾਂ ਨੂੰ ਸਮਝਾਉਣੀਆਂ ਚਾਹੀਦੀਆਂ। ਔਰ ਮੇਰੇ ਖਿਆਲ ਨਾਲ ਬੜੇ ਸੁਚੇਤ ਨੇ, ਪ੍ਰਿੰਸੀਪਲ ਗੁਰਦਿਆਲ ਸਿੰਘ ਨੀਲ ਦੇ ਸਪੁੱਤਰ ਨੇ, ਇੱਥੇ ਡਾਕਟਰ ਆਫ ਕਾਇਰੋਪ੍ਰੈਕਟਿਕ ਦਾ ਕੰਮ ਕਰਦੇ ਸੀ। ਹੌਲੀ ਹੌਲੀ ਫਿਰ ਜੋਗੀ ਹਰਭਜਨ ਸਿੰਘ, ਉਹਨਾਂ ਦੇ ਨਾਲ ਉਹ ਜੁੜਨਾ ਸ਼ੁਰੂ ਹੋ ਗਏ ਤੇ ਉੱਥੇ ਹੀ ਜ਼ਿਆਦਾ ਉਹ ਮਤਲਬ ਰਹਿੰਦੇ ਆ ਅਮਰੀਕਾ 'ਚ। ਸੋ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਜਿਹੜਾ ਮਾਨ ਸਨਮਾਨ ਹੈਗਾ ਸ਼ਬਦ ਗੁਰੂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਹ ਸਭ ਤੋਂ ਉੱਚ ਕੋਟੀ ਦਾ ਹੋਣਾ ਚਾਹੀਦਾ। ਔਰ ਉੱਥੇ ਇਹ ਟੇਬਲ, ਕੁਰਸੀਆਂ, ਸ਼ਰਾਬ ਤੇ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਹੋਣੀ ਚਾਹੀਦੀ। ਤਾਂ ਹੀ ਬਾਰ-ਬਾਰ ਦੇਖੋ ਜਥੇਦਾਰ ਸਾਹਿਬ ਵੀ ਕਹਿੰਦੇ ਆ ਵੀ ਜਿਹੜੇ ਵੀ ਸਾਡੇ ਸਮਾਗਮ ਆ ਸਾਨੂੰ ਗੁਰਦੁਆਰਾ ਸਾਹਿਬ ਹੀ ਕਰਨੇ ਚਾਹੀਦੇ। ਔਰ ਸਾਡੇ ਗੁਰਦੁਆਰੇ ਬੜੇ ਵਿਸ਼ਾਲ ਨੇ, ਵੱਡੇ ਨੇ, ਹਨਾ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਪ੍ਰਤੀਕਰਮ ਦਿੱਤਾ ਹੈ ਅੱਜ ਦੇ ਇਸ ਵਿਸ਼ੇਸ਼ ਵਿਸ਼ੇ ਦੇ ਉੱਤੇ। ਜੇ ਤੁਹਾਡੇ ਕੋਲ ਸਮਾਂ ਹੈਗਾ ਥੋੜਾ ਜਿਹਾ ਤੁਸੀਂ, ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੀਆਂ ਪੇਸ਼ੈਂਟ ਵੇਟ ਕਰ ਰਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਆਨੀ ਜੀ, ਜਿਹੜੀ ਗੱਲਬਾਤ ਡਾਕਟਰ ਪ੍ਰਗਟ ਸਿੰਘ ਭੁਰਜੀ ਕਰਕੇ ਗਏ ਨੇ ਕਿ ਯਸ, ਜੇ ਲੈਸਬੀਅਨ ਗੇ ਤੁਹਾਡੇ ਕੋਲ ਕੋਈ ਆਉਂਦਾ ਹੈ, ਕਹਿੰਦਾ ਜੀ ਮੈਂ ਪਾਠ ਰਖਾਉਣਾ ਹੈ, ਤੁਹਾਨੂੰ ਨਹੀਂ ਪਤਾ ਉਹ ਲੈਸਬੀਅਨ ਹੈ ਜਾਂ ਗੇ ਹੈ, ਜਾਂ ਪਤਾ ਵੀ ਲੱਗ ਜਾਂਦਾ ਹੈ, ਤੇ ਗੁਰਦੁਆਰੇ ਦੀ ਮੈਨੇਜਮੈਂਟ ਕਦੇ ਨਹੀਂ ਕਹੇਗੀ ਕਿ ਅਸੀਂ ਪਾਠ ਨਹੀਂ ਰਖਾਉਣਾ ਕਿਉਂਕਿ ਦਮੜੇ ਆ ਰਹੇ ਨੇ। ਤੇ ਜਦੋਂ ਆਨੰਦ ਕਾਰਜ ਕਰਨਾ ਹੈ ਉਦੋਂ ਮਨਾ ਕਿਉਂ? ਇਹ ਸਵਾਲ ਪਹਿਲਾ, ਤੇ ਉਸ ਤੋਂ ਬਾਅਦ ਆਪਾਂ ਅੱਗੇ ਤੁਰਾਂਗੇ ਗੁਰਬਾਣੀ ਕੀ ਕਹਿੰਦੀ ਹੈ। ਦੇਖੋ ਜਿਹੜਾ ਤੁਸੀਂ ਸਵਾਲ ਪੁੱਛਿਆ, ਡਾਕਟਰ ਸਾਹਿਬ ਨੇ ਸਵਾਲ ਉਠਾਇਆ, ਠੀਕ ਆ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਕਮਰਸ਼ੀਅਲ, ਕਾਫੀ ਹੱਦ ਤੱਕ ਕਮਰਸ਼ੀਅਲ, ਇਹਦੇ ਕੋਈ ਸ਼ੱਕ ਨਹੀਂ, ਪਰ ਇੰਨੇ ਕਮਰਸ਼ੀਅਲ ਨਹੀਂ
ਕਿ ਉਹ ਇੱਥੋਂ ਤੱਕ ਚਲੇ ਜਾਣ। ਮੈਂ ਤੁਹਾਨੂੰ ਵੀ ਕਹਿਣਾ, ਡਾਕਟਰ ਸਾਹਿਬ ਨੂੰ ਕਹਿਣਾ, ਕਿਸੇ ਗੁਰਦੁਆਰੇ ਜਾ ਕੇ ਕਹਿ ਦਿਓ, ਪੈਸੇ ਉਹਨਾਂ ਨੂੰ ਢੇਰੀ ਲਾ ਦਿਓ ਕਿ ਅਸੀਂ ਗੇ ਮੈਰਿਜ ਕਰਾਉਣਗੇ, ਕਰਾ ਦੇਣ। ਜੇ ਉਹ ਕਰਾ ਦੇਣ, ਤੁਹਾਡਾ ਕਹਿਣਾ ਬਿਲਕੁਲ ਦਰੁਸਤ ਆ। ਪੈਸੇ ਅੱਗੇ ਉਹਨਾਂ ਨੂੰ ਗੁਰੂ ਰੱਖ ਦਿਓ ਵੀ ਇਹ ਪੈਸੇ ਅਸੀਂ ਆਫਰ ਕਰ ਰਹੇ ਹਾਂ ਤੁਹਾਨੂੰ, ਜੀ ਜੀ ਜੀ, ਅਸੀਂ ਦੋਵੇਂ ਜਾਂ ਲੈਸਬੀਅਨ ਜਾਂ ਗੇ ਜੋ ਵੀ ਉਹ ਸੇਮ ਸੈਕਸ ਮੈਰਿਜ ਕਰਨਾ ਜੀ, ਜੀ, ਚਾਹੁੰਦੇ ਜੀ, ਆ ਜੀ। ਵੀ ਕਰਾ ਦਿਓ। ਫਿਰ ਤੇ ਤੁਹਾਡੀ 100% ਗੱਲ ਬਿਲਕੁਲ ਮੰਨਣਯੋਗ ਆ। ਹਾਂ 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 ਪਰ ਮੇਰਾ ਜਿੱਥੇ ਤੱਕ ਵਿਸ਼ਵਾਸ ਆ ਕਿ ਹਾਂ, ਵਿਅਕਤੀਗਤ ਤੌਰ ਤੇ ਜਿਸ ਤਰ੍ਹਾਂ ਇਹਨਾਂ ਸੱਜਣਾ ਨੇ ਕਰਾਇਆ, ਐਸਾ ਕਿਸੇ ਨੇ ਆਪਣਾ ਖੋਲਿਆ ਆ ਤੇ ਉਹ ਕਰਾ ਦੇਣ ਤੇ ਕੋਈ ਸ਼ੱਕ ਨਹੀਂ। ਪਰ ਕੋਈ ਵੀ ਸੰਗਤੀ ਗੁਰਦੁਆਰਾ, ਜਿਹੜਾ ਸੰਗਤੀ ਗੁਰਦੁਆਰਾ, ਓਕੇ, ਉਹ ਕਦੇ ਵੀ ਤੁਹਾਡੀ ਉਸ ਢੇਰੀ ਨੂੰ ਦੇ ਕੇ ਤੁਹਾਨੂੰ ਇਜਾਜ਼ਤ ਨਹੀਂ ਦੇਊਗਾ। ਇੱਥੇ ਗੱਲ ਮੈਂ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਜੀ ਜੀ ਜੀ, ਕਿ ਇਹਦੇ ਕੋਈ ਵਿਤਕਰੇ ਵਾਲੀ ਗੱਲ ਨਹੀਂ। ਦੇਖੋ, ਜਦੋਂ ਹਾਂ ਧਰਮ ਸ਼ਾਸਤਰ ਦਾ ਆਪਣਾ ਇੱਕ ਵਿਧਾਨ ਹੁੰਦਾ, ਹਾਂ ਹਾਂ, ਜਦੋਂ ਕੋਈ ਜਥੇਬੰਦਕ ਧਰਮ ਜਿਹੜਾ ਉਹ ਕਾਇਮ ਹੁੰਦਾ, ਉਸ ਸਮੇਂ ਜਥੇਬੰਦੀ ਨੂੰ ਕਾਇਮ ਰੱਖਣ ਲਈ ਡਿਸਪਲਿਨ ਬਣਾਇਆ ਜਾਂਦਾ। ਬਿਲਕੁਲ ਬਿਲਕੁਲ, ਡਿਸਪਲਿਨ ਵਿੱਚ ਸਪਿਰਚੁਅਲਿਟੀ ਨਹੀਂ ਹੁੰਦੀ, ਨਹੀਂ ਬਿਲਕੁਲ, ਉਹਦਾ ਹਿੱਸਾ ਜਿਹੜਾ ਹੁੰਦਾ। ਸਿਸਟਮ, ਪਰ ਉਸ ਸਿਸਟਮ ਨੂੰ ਚਲਾਉਣ ਲਈ, ਜਥੇਬੰਦੀ ਨੂੰ ਮਜ਼ਬੂਤ ਬਣਾਉਣ ਲਈ ਕੁਝ ਨਿਯਮ ਬਣਾਏ ਜਾਂਦੇ ਆ। ਜੀ, ਇਸੇ ਤਰ੍ਹਾਂ ਸਾਡੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਜੋ ਜੀਵਨ ਜੁਗਤਾ ਉਹ ਸਮੁੱਚੀ ਮਨੁੱਖਤਾ ਲਈ ਆ। ਪਰ ਖਾਲਸਾ ਪੰਥ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਹੀ ਉਹਦੇ ਆਸਰੇ ਖੜਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹ ਹਰ ਮਨੁੱਖ ਅਪਣਾ ਸਕਦਾ, ਕਿਸੇ ਨੂੰ ਕੋਈ ਬੰਦਿਸ਼ ਨਹੀਂ। ਓਕੇ, ਪਰ ਖਾਲਸੇ ਪੰਥ ਨੇ ਉਹਨੂੰ ਬਰਕਰਾਰ ਰੱਖਣ ਲਈ ਆਪਣੇ ਉਸ ਵਿਲੱਖਣਪੁਣੇ ਨੂੰ ਉਹਨਾਂ ਨੇ ਉਹਦੇ ਆਧਾਰਿਤ ਕੁਝ ਨਿਯਮ ਬਣਾਏ ਆ। ਓਕੇ, ਜੇ ਖਾਲਸਾ ਪੰਥ ਨਿਯਮ ਨਾ ਬਣਾਉਂਦਾ, ਅੱਜ ਗੁਰੂ ਗ੍ਰੰਥ ਸਾਹਿਬ ਵੀ ਇਸ ਰੂਪ ਸਾਡੇ ਕੋਲ ਨਾ ਪਹੁੰਚਦਾ। ਬਿਲਕੁਲ ਬਿਲਕੁਲ, ਇਹ ਠੀਕ ਆ ਕਿ ਖੇਤ ਵਿੱਚ ਜਿਹੜੀ ਫਸਲ ਆ ਉਹ ਮਹੱਤਵਪੂਰਨ ਹੁੰਦੀ ਆ, ਵਾੜ ਨਹੀਂ। ਜੀ, ਵਾੜ ਉਹਦੀ ਰਾਖੀ ਲਈ ਹੁੰਦੀ ਆ। ਬਿਲਕੁਲ, ਜਿਹੜੇ ਜਥੇਬੰਦਕ ਧਰਮ ਦੇ ਨਿਯਮ ਹੁੰਦੇ ਆ, ਉਸ ਫਸਲ ਨੂੰ ਸੁਰੱਖਿਅਤ ਰੱਖਣ ਲਈ ਵਾਹ, ਉਹ ਜਿਹੜੇ ਕਾਇਮ ਕੀਤੇ ਜਾਂਦੇ ਆ, ਜਿਨ੍ਹਾਂ ਦੀ ਆਪਣੀ ਮਹੱਤਤਾ ਹੁੰਦੀ ਆ। ਜੀ, ਤੋ ਇਸੇ ਤਰ੍ਹਾਂ ਜਿਹੜਾ ਜਥੇਬੰਦਕ ਧਰਮ ਤੌਰ ਤੇ ਸਾਡਾ ਇੱਕ ਨਿਯਮ ਬਣਾਇਆ ਗਿਆ ਕਿ ਕਿਉਂਕਿ ਉਸ ਸਮੇਂ ਗੁਰੂ ਸਾਹਿਬਾਨ ਦੇ ਸਮੇਂ ਕੇਵਲ ਸਾਡੇ ਵਿੱਚ ਹੀ ਨਹੀਂ ਬਲਕਿ ਕਿਤੇ ਵੀ ਇਹ ਪ੍ਰੋਬਲਮ ਨਹੀਂ ਸੀ। ਹਾਂਜੀ, ਹਾਂ, ਜਿੱਥੋਂ ਤੱਕ ਲੈਸਬੀਅਨ ਗੇ ਦੀ ਸਵਾਲ ਆ, ਇਹ ਬਹੁਤ ਪੁਰਾਣੀ, ਹਾਂ ਬਹੁਤ ਪੁਰਾਣੇ ਅਫਗਾਨਾਂ ਦੇ ਵਿੱਚ ਬਹੁਤ ਚਿਰ ਤੋਂ ਆਪਾਂ ਸੁਣਦੇ ਆ ਰਹੇ ਹਾਂ, ਪੜ੍ਹਦੇ ਆ ਰਹੇ ਹਾਂ। ਈਵਨ ਜਿਹੜਾ 올ਡ ਹਾਂ, ਬਾਈਬਲ ਟੈਸਟਮੈਂਟ ਉਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਬਕਾਇਦਾ, ਬਿਲਕੁਲ, ਬਾਈਬਲ ਵਿੱਚ ਨਿਊ ਟੈਸਟਮੈਂਟ ਉਹਦੇ ਵਿੱਚ ਵੀ ਆ। ਹਾਂ ਹਾਂ, ਕੁਰਾਨ ਸ਼ਰੀਫ ਵਿੱਚ ਉਹਨਾਂ ਨੇ ਮਨਾ ਕੀਤਾ ਆ, ਉਹਨਾਂ ਵਿੱਚ ਬੜੇ ਸਖਤ ਸ਼ਬਦਾਂ ਮਨਾ ਕੀਤਾ ਆ। ਓਕੇ, ਇਹਦਾ ਮਤਲਬ ਉਸ ਸਮੇਂ ਇਹਦੀ ਸੀ ਪ੍ਰਚਲਿਤ ਸੀ, ਇੰਡੀਆ ਵਿੱਚ ਵੀ ਸੀ। ਹਾਂ, ਪਰ ਇਹ ਵੀ ਓਪਨ ਤੌਰ ਤੇ ਐਸਾ ਜਿਹੜਾ ਵਿਆਹ ਦਾ ਗੱਲ ਜਾਂ ਕਨਸੈਪਟ ਹੁਣ ਉੱਭਰ ਕੇ ਸਾਹਮਣੇ ਆ ਰਿਹਾ, ਇਸ ਤਰ੍ਹਾਂ ਦਾ ਨਹੀਂ ਸੀ। ਓਕੇ, ਇਹਦੇ ਨਾਲ ਇਹ ਪੱਖ ਹੈਗਾ ਕਿ ਅਸੀਂ ਇਹ ਪੱਖ ਵੀ ਉਹਨਾਂ ਡਾਕਟਰ ਸਾਹਿਬ ਨੇ ਛੋਇਆ ਕਿ ਇਹ ਠੀਕ ਆ ਕਿ ਇਹ ਜਿਹੜਾ ਵਰਗ ਆ, ਚਾਹੇ ਆਮ ਤੌਰ ਤੇ ਜਦੋਂ ਗੱਲ ਕਰਦੇ ਆ ਅਸੀਂ, ਉਹ ਜੇ ਸ਼ਬਦੋਂ ਖੁਸਰਾ ਔਰ ਹਿਜੜਾ ਸ਼ਬਦ ਜਿਹੜਾ ਵਰਤਿਆ ਜਾਂਦਾ ਸੀ, ਹੁਣ ਕਿੰਨਰ ਵੀ ਆਖਣ ਲੱਗ ਪਏ ਆ। ਹਾਂਜੀ, ਪਰ ਜ਼ਿਆਦਾਤਰ ਮਰਦ ਨਾਲ ਹੀ ਸੰਬੰਧਿਤ ਸੀ। ਜੀ ਜੀ ਜੀ, ਭਾਵੇਂ ਇਸਤਰੀ ਵੀ ਹੁੰਦੀ, ਪਰ ਆਮ ਤੌਰ ਤੇ ਇਸਤਰੀ ਦਾ ਜ਼ਿਕਰ ਨਹੀਂ ਸੀ ਹੁੰਦਾ, ਜਿਸ ਤਰ੍ਹਾਂ ਲੈਸਬੀਅਨ ਅੱਜ ਖੁੱਲੇ ਤੌਰ ਤੇ ਕਹਿੰਦੇ ਆ। ਪਰ ਇਸ ਤਰ੍ਹਾਂ ਦੀ ਸਮੱਸਿਆ ਉੱਭਰ ਕੇ ਸਾਹਮਣੇ ਨਹੀਂ ਸੀ ਆਉਂਦੀ। ਮਤਲਬ ਜਿਹੜਾ ਪਰਦੇ ਵੇਲੇ ਬਹੁਤ ਕੁਝ ਹੁੰਦਾ ਸੀ, ਪਰ ਮੈਰਿਜ ਦਾ ਜਿਹੜਾ ਉਹ ਸੰਕਲਪ ਇਸ ਤਰ੍ਹਾਂ ਨਾਲ ਸਾਹਮਣੇ ਨਹੀਂ ਸੀ ਆਇਆ। ਓਕੇ, ਇੱਕ ਮੈਂ ਤੁਹਾਨੂੰ ਗਿਆਨੀ ਜੀ, ਮੈਨੂੰ ਯਾਦ ਹੈ ਬਲਜਿੰਦਰ ਜੀ, ਇੰਗਲੈਂਡ ਦੇ ਵਿੱਚ ਇੱਕ ਇੰਟਰਫੇਥ ਮੈਰਿਜ ਸੀ। ਇੰਟਰਫੇਥ ਮੈਰਿਜ ਦੇ ਲਈ ਉਹ ਜੋੜਾ ਗਿਆ, ਗੁਰਦੁਆਰੇ ਨੇ ਸਾਰਿਆਂ ਨੇ ਮਨਾ ਕਰਤਾ, ਕਹਿੰਦਾ ਨਹੀਂ ਜੀ ਅਸੀਂ ਮੈਰਿਜ ਨਹੀਂ ਕਰਨੀ। ਸਾਡੇ ਜਿਹੜਾ ਡਾਕਟਰ ਫਰੀडम ਕਰਕੇ ਜਾਣਦੇ ਆ ਸਰਬਜੀਤ ਸਿੰਘ ਨੀਲ, ਉਹਨਾਂ ਨੂੰ, ਇਹਨਾਂ ਨੇ ਜਾ ਕੇ ਉਹ ਡੈਸਟੀਨੇਸ਼ਨ ਵੈਡਿੰਗ ਕੀਤੀ, ਜਦੋਂ ਕਿ ਸਾਰਿਆਂ ਨੇ ਮਨਾ ਕਰ ਦਿੱਤਾ। ਹੁਣ ਜਿਹੜੀ ਵੱਡੀ ਗੱਲ ਇਹ ਹੈ ਕਿ ਸਵਾਲ ਦੋ ਖੜੇ ਹੁੰਦੇ ਆ। ਇੱਕ ਤਾਂ ਹੈਗਾ ਕਿ ਇਹਨਾਂ ਦੀ ਗੁਰਦੁਆਰਿਆਂ ਦੇ ਵਿੱਚ ਆਨੰਦ ਕਾਰਜ ਹੋਣੇ ਚਾਹੀਦੇ ਜਾਂ ਡੈਸਟੀਨੇਸ਼ਨ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਨੰਦ ਕਾਰਜ ਹੋਣੇ ਚਾਹੀਦੇ ਜਾਂ ਨਹੀਂ। ਪਹਿਲਾ ਸਵਾਲ ਤਾਂ ਇਹ ਹੈ। ਦੂਸਰਾ ਸਵਾਲ ਇਹ ਹੈ ਕਿ ਇਹਨਾਂ ਦੇ ਆਪਸੀ ਸੰਬੰਧਾਂ ਬਾਰੇ, ਇਹ ਤਾਂ ਕੁਦਰਤੀ ਪ੍ਰਕਿਰਿਆ ਹੈ। ਕੋਈ ਵਿਅਕਤੀ ਮਰਦ ਔਰਤ ਨੂੰ ਲਾਈਕ ਕਰ ਰਿਹਾ ਹੈ, ਕੋਈ ਔਰਤ ਔਰਤ ਨੂੰ ਪਸੰਦ ਕਰ ਰਹੀ ਹੈ, ਉਹਨੂੰ ਨਹੀਂ ਮਰਦ ਚੰਗਾ ਲੱਗਦਾ, ਉਹਦੀ ਆਪਣੀ ਆਜ਼ਾਦੀ ਹੈ, ਉਹ ਕਰ ਸਕਦੇ ਆ। ਇਹਦੇ ਬਾਰੇ ਤੁਸੀਂ ਨਹੀਂ ਦੇਖੋ, ਇਹਦੇ ਅਸੀਂ ਕਿਸੇ ਦੀ ਜੋ ਉਹਨਾਂ ਦੀ ਪਰਸਨਲ ਚੁਆਇਸ ਆ, ਹਾਂ ਅਸੀਂ ਉਹਦੇ ਤੇ ਕਟਾਕਸ਼ ਨਹੀਂ ਕਰ ਰਹੇ। ਓਕੇ,
ਜੀ ਦੇਖੋ ਜੇ ਕੁਦਰਤੀ ਆ ਜਿਵੇਂ ਉਹਨਾਂ ਨੇ ਮੈਡੀਕਲੀ ਤੌਰ ਤੇ ਜੀ, ਜੀ। ਸਰੀਰਕ ਤੌਰ ਤੇ ਕਿਸੇ ਦੀ ਜਿਹੜੀ ਆ ਉਹਦੇ ਤੁਹਾਡਾ ਵਾਸਾ ਨਾ ਮੇਰਾ ਵਾਸਾ, ਹਾਂ ਹਾਂ ਉਹ ਉਹਨਾਂ ਦੀ ਆਪਣੀ ਦੇਣ ਨਹੀਂ, ਕੁਦਰਤੀ ਦੇਣ ਆ। ਬਿਲਕੁਲ। ਕਿਤੇ ਸਾਨੂੰ ਇਹ ਪੱਖ ਵੀ ਧਿਆਨ ਰੱਖਣਾ ਚਾਹੀਦਾ ਹਾਂ ਹਾਂ ਕਿ ਜਿਹੜੇ ਹੀਜੜੇ ਖੁਸਰੇ ਜੋ ਵੀ ਸਾਨੂੰ ਹਾਂ, ਕਹਿਣਾ ਦੇ, ਬਿਲਕੁਲ। ਪਰ ਇਹਨਾਂ ਨਾਲ ਦੁਨੀਆ ਭਰ ਵਿੱਚ, ਉਹ ਖਾਸ ਤੌਰ ਤੇ ਸਾਡੇ ਦੇਸ਼ ਵਿੱਚ ਹਾਂ ਹਾਂ ਬਹੁਤ ਅਨਿਆਂ ਹੋਇਆ। ਜੀ ਅਸੀਂ ਪੜ੍ਹਦੇ ਹਾਂ ਕਿ ਸ਼ੂਦਰ ਜਾਤੀ ਨਾਲ ਬਹੁਤ ਅਨਿਆਂ ਹੋਇਆ, ਜੀ ਜੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਬੁਰੀ ਤਰ੍ਹਾਂ ਘਾਣ ਹੋਇਆ, ਹੂੰ ਪਰ ਫਿਰ ਵੀ ਸੁਸਾਇਟੀ ਵਿੱਚ ਉਹਨਾਂ ਨੂੰ ਥੋੜੀ ਬਹੁਤੀ ਥਾਂ ਦਿੱਤੀ ਗਈ। ਜੀ ਪਰ ਜਿਹੜਾ ਇਹ ਵਰਗ ਸੀ, ਇਹਨੂੰ ਤਾਂ ਉਹ ਥਾਂ ਵੀ ਨਹੀਂ, ਉਹਨੀ ਥਾਂ ਵੀ ਨਹੀਂ ਮਿਲੀ। ਜੀ ਇਸ ਲਈ ਜਿੰਨਾ ਤਿਰਸਕਾਰ ਇਸ ਵਰਗ ਨੂੰ ਮਿਲਿਆ, ਹਾਂ ਹਾਂ ਉਹ ਜਿੰਨੀ ਵੀ ਨਿਖੇਧੀ ਕੀਤੀ ਜਾਏ ਉਹ ਥੋੜੀ ਆ। ਹੂੰ ਕਿਉਂਕਿ ਜਿਹੜੇ ਉਹਨਾਂ ਦੇ ਉਹ ਆਪਣੀ ਚੁਆਇਸ ਨਾਲ ਨਹੀਂ ਸੀ ਬਣੇ, ਜੀ ਉਹ ਕੁਦਰਤ ਦਾ ਹੀ ਹਿੱਸਾ ਸੀ। ਓਕੇ ਤਾਂ ਸਾਨੂੰ ਇਹ ਪੱਖ ਵੀ ਧਿਆਨ ਵੀ ਰੱਖਣ ਦੀ ਲੋੜ ਆ। ਕੋਈ ਸੀ ਜਿਹੜੇ ਲੋਕ ਜਾਣਬੁੱਝ ਕੇ, ਜਿਸ ਤਰ੍ਹਾਂ ਜਿਹੜੇ ਖਾਸ ਤੌਰ ਤੇ ਜਿਹੜੇ ਹੁਕਮਰਾਨ ਆਏ ਆ, ਹਾਂਜੀ ਉਹ ਬਾਹਰਲੇ ਦੇਸ਼ਾਂ ਵਿੱਚ ਕਈ ਥਾਂ ਸੀਗਾ ਹੂੰ ਕਿ ਉਹਨਾਂ ਨੂੰ ਜਾਣ ਕੇ ਬਣਾ ਦਿੰਦੇ ਸੀ ਮਰਦਾਂ ਨੂੰ ਖਾਸ ਤੌਰ ਤੇ, ਜੀ ਜੀ ਅਤੇ ਜਿਹੜਾ ਹਰਮ ਹੁੰਦਾ ਸੀ ਉਹਨਾਂ ਦੇ ਮਹਿਲ ਇਸਤਰੀ ਜਿੱਥੇ ਉਹਦਾ ਦਰੋਗਾ ਉਹ ਬਣਾ ਜਾਂਦੇ ਸੀ, ਹੂੰ ਇਹਨੂੰ ਖਵਾਜ਼ਾ ਸਾ ਜਿਹੜਾ ਸਰਾ ਜੀ, ਕਹਿੰਦੇ ਆ, ਬਿਲਕੁਲ ਹਾਂਜੀ ਉਥੋਂ ਖੁਸਰਾ ਸ਼ਬਦ ਬਣਿਆ ਅਸਲ 'ਚ। ਜੀ ਤੇ ਇਹ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਸੀ। ਓਕੇ ਕੋਈ ਤੇ ਕੁਦਰਤੀ ਪੈਦਾਇਸ਼ ਸੀ, ਹਾਂ ਹਾਂ ਕੁਝ ਨੂੰ ਬਣਾ ਦਿੱਤਾ ਬਣਾ ਦਿੱਤਾ ਜਾਂਦਾ ਸੀ ਤਾਂ ਕਿ ਜਿਹੜਾ ਉਹ ਸਮਝਦੇ ਸੀ ਵੀ ਜਿਵੇਂ ਇਸ ਪਿੱਛੇ ਤਰ੍ਹਾਂ ਦੇ ਕੇ ਜਿਹੜੇ ਗੁਰਮੀਤ ਰਾਮ ਰਹੀਮ ਰਾਮ ਨੇ ਵੀ ਰਹੀਮ ਤਕਰੀਬਨ ਨਾਲ 300 ਜਿਹੜਾ ਆਸਾਰਾਮ ਆ ਬਕਾਇਦਾ ਉਹ ਵੀ ਆਪਣੇ ਚੇਲਿਆਂ ਨੂੰ ਜਿਹੜਾ ਵਾਹ। ਉਹਦੇ ਚੇਲਿਆਂ ਦੇ ਇੱਕ ਇੰਟਰਵਿਊ ਸੀ, ਉਹਨਾਂ ਵੀ ਕਿਹਾ ਹੂੰ ਕਿ ਸਾਨੂੰ ਇਸ ਤਰ੍ਹਾਂ ਨਾਲ ਉਹ ਨਾਮਰਦ ਬਣਾਉਂਦਾ ਰਿਹਾ। ਹੂੰ ਤੋ ਇਹ ਲੋਕ ਜਿਹੜੇ ਆਪਣੇ ਸਵਾਰਥ ਲਈ ਕਰਦੇ ਆ, ਹਾਂ ਹਾਂ ਹੁਣ ਜਿਨ੍ਹਾਂ ਨੇ ਬਣਾਇਆ ਖੈਰ ਉਹਨਾਂ ਦੇ ਆਪਣੇ ਪਿੱਛੇ ਉਹਨਾਂ ਦੀ ਸਵਾਰਥ ਰਹੇ ਆ। ਹਾਂ ਹਾਂ ਤੋ ਖੈਰ ਇਹ ਗੱਲ ਜਿਹੜਾ ਪੱਖ ਅਸੀਂ ਇਸ ਦੇ ਚੋਂ ਸਗੋਂ ਟਾਈਮ ਨਹੀਂ, ਅਸੀਂ ਇਹ ਪੱਖ ਨਹੀਂ ਵਿਚਾਰ ਰਹੇ। ਹਾਂ ਹਾਂ ਅਸੀਂ ਜੇ ਉਹਨਾਂ ਨਾਲ ਜਿਹੜਾ ਮੱਥੇ ਇਨਸਾਨ ਨੇ ਕਲੰਕ ਲਾਇਆ, ਉਹਨਾਂ ਲੋਕਾਂ ਨਾਲ ਵਿਤਕਰਾ ਕਰਕੇ ਉਹਨਾਂ ਦੇ ਜਮਾਂਦਰੂ ਹੱਕ ਖੋ ਕੇ ਓਕੇ ਉਹਨਾਂ ਨੂੰ ਸੁਸਾਇਟੀ ਨਾਲ ਅਲੱਗ ਥਲੱਗ ਕਰਕੇ ਰੱਖ ਦਿੱਤਾ ਹੂੰ ਕਿ ਉਹਨਾਂ ਨੂੰ ਵਿੱਚ ਇਨਸਾਨੀ ਜਮੇ ਵਿੱਚ ਗਿਣਿਆ ਹੀ ਨਹੀਂ। ਓਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਅਧਿਕਾਰ ਜਿਹੜਾ, ਫਿਰ ਵੀ ਉਹ ਲੋਕ ਬਿਨਾਂ ਬੁਲਾਏ ਖੁਸ਼ੀ ਦੇ ਮੌਕਿਆਂ ਤੇ ਸਾਡੇ ਘਰਾਂ 'ਚ ਆਉਂਦੇ ਰਹੇ, ਆ ਕੇ ਤੁਹਾਨੂੰ ਖੁਸ਼ੀਆਂ ਵੰਡਦੇ ਰਹੇ ਖੁਸ਼ੀਆਂ ਵੰਡਦੇ ਰਹੇ। ਇਸ ਲਈ ਅੱਜ ਵੀ ਉਹਨਾਂ ਦੀ ਟ੍ਰੈਡੀਸ਼ਨ ਹੈਗੀ ਹੈ, ਜਦੋਂ ਖੁਸਰਾ ਕੋਈ ਮਰਦਾ ਹਾਂ ਹਾਂ ਜਿੱਥੇ ਉਹ ਆਪਣਾ ਜਿਹੜਾ ਖਾਸ ਮੁਕੇ ਆ ਖੁਸ਼ੀ ਮਨਾਉਂਦੇ ਆ, ਪਰ ਨਾ ਛਿੱਤਰ ਮਾਰਦੇ ਉਹਨੂੰ ਕਿ ਮੁੜ ਕੇ ਇਸ ਜੂਨ ਵਿੱਚ ਨਾ ਪਵੀਂ। ਬਾਲਾਂ ਤੋਂ ਮਨੁੱਖੀ ਜਾਤੀ ਨੇ ਕਦੀ ਉਹਨਾਂ ਦੇ ਦੁੱਖ ਨੂੰ ਸਮਝਣ ਦਾ ਅਹਿਸਾਸ ਇਹਨਾਂ ਨੂੰ ਨਹੀਂ ਹੋਇਆ। ਭਾਈ ਸਾਹਿਬ ਜੀ ਸਾਡੇ ਅੱਛਾ ਕਾਲਰ ਆ ਆਪਾਂ ਕਾਲਰ ਨਾਲ ਵੀ ਗੱਲ ਕਰਦੇ ਆ ਜੀ ਕਾਲਰ ਨੂੰ ਲੈ ਲਓ ਪਹਿਲਾਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਸਾਡੇ ਨਾਲ ਜੀ ਤੁਸੀਂ ਇਹ ਤੇ ਹੋ ਜੀ। ਚਲੋ ਆਪਾਂ ਗੱਲਬਾਤ ਮਾਫ਼ੀ ਚਾਹੁੰਦੇ ਕਰੀਏ। ਹਾਂ ਜੀ, ਤੁਹਾਡੀ ਤੁਸੀਂ ਆਵਾਜ਼ ਗੱਲ ਨਹੀਂ ਕਰ ਰਹੇ ਸਾਡੀ ਸੀ ਲੱਗ ਰਹੀ ਜੀ। ਬਲਜਿੰਦਰ ਜੀ, ਅਸੀਂ ਕਹਿੰਦੇ ਆ ਕਿ ਔਰਤ ਨੂੰ ਜਿਹੜਾ ਅਧਿਕਾਰ ਹੈ ਵੋਟ ਪਾਉਣ ਦਾ ਇੱਥੇ ਜਲਦੀ ਮਿਲਿਆ। ਤੁਹਾਡੇ ਕੋਲ ਕੋਈ ਹੈ ਇਹੋ ਜਿਹੀ ਇਨਫੋਰਮੇਸ਼ਨ ਕਿ ਪਹਿਲੀ ਵਾਰੀ ਜਿਹੜਾ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਹ ਕਦੋਂ ਤੇ ਕਿੱਥੇ ਮਿਲਿਆ ਸੀ? ਜਾਂ ਹੁਣ ਕਈ ਜਾਂਦੇ ਨੇ ਵੀ ਔਰਤ ਨਾਲ ਵਿਤਕਰਾ ਹੋ ਰਿਹਾ, ਹੁਣ ਔਰਤਾਂ ਅੱਗੇ ਆਈਆਂ ਨੇ, ਉਹ ਕਹਿੰਦੇ ਨੋ ਅਸੀਂ ਲੈਸਬੀਅਨ ਬਣਨਾ ਹੈ, ਇਹਨਾਂ ਦਾ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਨਹੀਂ, ਆਪਣਾ ਜਿਹੜਾ ਗੁਰਤੇਜ ਸਿੰਘ ਹੁਣਾਂ ਨੇ ਸਾਨੂੰ ਨਿਊਜ਼ੀਲੈਂਡ ਤੋਂ ਮੈਸੇਜ ਕੀਤਾ। ਸਾਡੇ ਨਾਲ ਪਹਿਲਾਂ ਡਾਕਟਰ ਸਾਹਿਬ ਸੀ, ਉਹਨਾਂ ਨੇ ਕਿਹਾ ਸੀ ਕਿ ਔਰਤ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਮਿਲਿਆ ਸੀ, ਤੇ ਸਾਨੂੰ ਗੁਰਤੇਜ ਹੁਣਾਂ ਨੇ ਨਿਊਜ਼ੀਲੈਂਡ ਤੋਂ ਦੱਸਿਆ ਕਿ 19 ਸਤੰਬਰ 1893 ਦੇ ਵਿੱਚ ਨਿਊਜ਼ੀਲੈਂਡ 'ਚ ਪਹਿਲਾਂ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਪਹਿਲੀ ਵਾਰੀ। ਮਤਲਬ ਕਿ ਔਰਤ ਨੂੰ ਵੋਟ ਪਾਉਣ ਤੱਕ ਦਾ ਅਧਿਕਾਰ ਨਹੀਂ ਸੀ। ਬਹੁਤ ਕੁਝ ਐਸਾ ਸੀ ਜਿਹੜੇ ਸਮਾਜ ਸਮੇਂ ਨਾਲ ਸਮੇਂ ਦੀਆਂ ਕਦਰਾਂ ਕੀਮਤਾਂ ਬਦਲਦੀਆਂ। ਹਾਂ ਹਾਂ ਪਰ ਇੱਥੇ ਜਿਹੜਾ ਸਵਾਲ ਆ, ਅਸੀਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੇ ਜਿਹੜਾ ਸਵਾਲ ਇਹ ਦੋ ਬਣਦੇ ਆ, ਅਸੀਂ ਦੋ ਸਵਾਲ ਇਕੱਠੇ ਕਰ ਲਏ ਆ। ਜੀ ਜੀ ਇੱਕ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੋ ਗੁਰੂ ਸਵਾਲ ਗ੍ਰੰਥ ਸਾਹਿਬ ਉੱਥੇ ਪੈਰਲਲ ਜਾਈ ਗਈ। ਹਾਂਜੀ। ਦੂਜਾ ਜਿਹੜਾ ਜਥੇਦਾਰ ਨੇ ਵੀ ਕਿਹਾ, ਉਹਨਾਂ ਦਾ ਮੁੱਖ ਇਤਰਾਜ਼ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਉੱਥੇ ਲਿਜਾਣ ਬਾਰੇ ਆ, ਸਤਿਕਾਰ ਨਹੀਂ ਕੀਤਾ ਜੀ। ਉਹਨਾਂ ਨੇ ਉਸ ਪੱਖ ਨੂੰ ਬਾਰਿਆ ਨਹੀਂ। ਇਸ ਲਈ ਇਹ ਸਵਾਲ ਦੋ ਵੱਖੋ ਵੱਖਰੇ ਸਵਾਲ ਆ। ਦੇਖੋ ਕਾਨੂੰਨ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ, ਇਸ ਲਈ ਅਸੀਂ ਉਹਨਾਂ ਦੇ ਉਹਨੂੰ ਚੈਲੰਜ ਨਹੀਂ ਕਰ ਰਹੇ ਕਿ ਕਾਨੂੰਨ ਨੇ ਉਹਨਾਂ ਨੂੰ ਅਧਿਕਾਰ ਕਿਉਂ ਦਿੱਤਾ ਜੀ। ਕੋਈ ਵੀ ਧਾਰਮਿਕ ਸੰਸਥਾ ਜਿਹੜੀ ਆ ਹੋ ਸਕਦਾ ਕੋਈ ਕਰਦੀ ਹੋਵੇ, ਪਰ ਮੈਂ ਆਪਣੇ ਤੌਰ ਤੇ ਕਹਿ ਰਿਹਾ ਕਿ ਮੈਨੂੰ ਇਸ ਗੱਲ 'ਚ ਕੋਈ ਇਤਰਾਜ਼ ਨਹੀਂ ਕਿ ਕਾਨੂੰਨ ਨੇ ਉਹਨਾਂ ਨੂੰ ਮਾਨਤਾ ਕਿਉਂ ਦਿੱਤੀ ਆ ਜੀ, ਜਾਂ ਉਹਨਾਂ ਨੂੰ ਜਿਹੜੇ ਆ ਜਿਹਦਾ ਹਸਬੰਡ ਵਾਈਫ ਦੇ ਜਿਹੜੇ ਆਮ ਅਧਿਕਾਰ ਆ ਜਿਹੜੇ ਬਾਕੀ ਜਿਹੜੀਆਂ ਉਹਨਾਂ ਨੂੰ ਉਹ ਕਿਉਂ ਦਿੱਤੇ, ਇਹ ਗੱਲ ਨਹੀਂ। ਉਹਨਾਂ ਨੂੰ ਮਿਲਣੇ ਚਾਹੀਦੇ, ਉਹਨਾਂ ਆਪਣੀ ਚੁਆਇਸ ਸਭ ਕੁਝ ਹੈਗਾ ਕਿ ਮੈਡੀਕਲੀ ਕਾਰਨ ਵੀ ਆ, ਜਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਜੀ, ਉਹ ਕਾਰਨ ਹੈਗੇ ਆ। ਹਾਂ, ਅਸੀਂ ਜਿਹੜਾ ਕੋਈ ਆਪਣੇ ਐਸ਼ੋ ਇਸ਼ਰਤ ਲਈ ਆਪਣੇ ਵਿਆਹਦਾ ਜ਼ਿੰਦਗੀ ਤਬਾਹ ਕਰਦਾ, ਅਸੀਂ ਉਹਨੂੰ ਜ਼ਰੂਰ ਜਿਹੜੀ ਆ ਉਹ ਠੀਕ ਵੀ ਹੋ ਸਕਦੇ ਆ, ਠੀਕ ਹੋਣ ਜੋਗੇ, ਪਰ ਜਿਹੜੇ ਕੋਈ ਕੁਦਰਤ ਦੀ ਦੇਣ ਆ, ਹਾਂ ਉਹਨਾਂ ਦੀ ਆਪਣੀ ਚੁਆਇਸ ਨਹੀਂ। ਉਹਨਾਂ ਦਾ ਚੁਕਾ ਹੈ। ਜੇਕਰ ਉਹ ਆਪਣੇ ਤੌਰ ਤੇ ਐਸਾ ਕਰਦੇ ਆ, ਸਿਵਲ ਮੈਰਿਜ ਕਰ ਲੈਣੇ ਤੇ ਕੋਈ ਕਿਸੇ ਨੂੰ ਇਤਰਾਜ਼ ਨਹੀਂ। ਓਕੇ। ਹਾਂ, ਜੇਕਰ ਐਸੇ ਜਿਹੜੇ ਜੋੜੇ ਆ ਗੁਰਦੁਆਰੇ ਆਉਂਦੇ ਆ ਤਾਂ ਉਹਨਾਂ ਕੋਈ ਮਨਾ ਨਹੀਂ ਕਰੂਗਾ ਤੁਸੀਂ ਕਿਉਂ ਆਏ ਜੇ,
ਅੱਛਾ ਭਾਈ ਸਾਹਿਬ ਜੀ, ਮੇਰਾ ਇੱਕ ਸਵਾਲ ਆ ਤੁਹਾਡੇ ਤੱਕ। ਬਹੁਤ ਸੁਲਝੇ ਹੋਏ ਹੋ ਤੁਸੀਂ, ਅਸੀਂ ਤੁਹਾਡੇ ਤੋਂ ਬਹੁਤ ਕੁਝ ਹਮੇਸ਼ਾ ਸਿੱਖਦੇ ਰਹਿੰਦੇ ਆ। ਹੁਣ ਤੁਸੀਂ ਬੜਾ ਵਧੀਆ ਕਿਹਾ ਕਿ ਉਹ ਸਿਵਲ ਮੈਰਿਜ ਕਰ ਲੈਣ। ਹੁਣ ਇੱਕ ਪਾਸੇ ਸਰਬਜੀਤ ਸਿੰਘ ਨੀਲ ਜਿਹੜੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਉਹਨਾਂ ਦੀ ਡੈਸਟੀਨੇਸ਼ਨ ਵੈਡਿੰਗ ਕਰ ਦਿੱਤੀ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਕਾਹਦੇ ਲਈ ਜਾਂਦੇ ਆ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਅਸੀਂ ਜਿਹੜਾ ਉਹਦੇ ਅੱਗੇ ਹੀ ਆਪਣਾ ਸੀਸ ਝੁਕਾਉਣ ਦੇ ਲਈ ਜਾਂਦੇ ਆ, ਉੱਥੇ ਅਸੀਂ ਨਤਮਸਤਕ ਹੋਣ ਦੇ ਲਈ ਜਾਂਦੇ ਆ। ਪਰ ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਆ, ਹੁਣ ਉਹਨੂੰ ਬਾਹਰ ਲਿਜਾ ਕੇ ਡੈਸਟੀਨੇਸ਼ਨ ਵੈਡਿੰਗ ਕਰ ਲਈ, ਉਹਦੇ ਆਲੇ ਦੁਆਲੇ ਆਨੰਦ ਕਾਰਜ ਲੈ ਲੈ, ਤੇ ਜੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਤੇ ਉਹ ਇੱਕ ਖਾਲੀ ਇਮਾਰਤ ਆ। ਤੇ ਜੇ ਉਹੀ ਗੁਰੂ ਗ੍ਰੰਥ ਸਾਹਿਬ ਇੱਕ ਇਮਾਰਤ ਉੱਤੇ ਗੁਰਦੁਆਰਾ ਸਾਹਿਬ 'ਚ ਸਥਾਪਿਤ ਆ, ਤੇ ਜੇ ਉਹੀ ਜੋੜੇ ਉੱਥੇ ਆ ਕੇ ਵਿਆਹ ਕਰਦੇ ਆ ਤੇ ਉਹੀ ਗੁਰੂ ਗ੍ਰੰਥ ਸਾਹਿਬ ਬਾਹਰ ਲਿਜਾ ਕੇ ਕਰਦੇ ਆ, ਕੀ ਫਰਕ ਕੀ ਆ? ਨਹੀਂ, ਤਾਂ ਜਿਸ ਪਹਿਲਾਂ ਗੱਲ ਕੀਤੀ ਆ ਕਿ ਸਾਡਾ ਜਿਹੜਾ ਜਥੇਬੰਦਕ ਧਰਮ ਦਾ ਡਿਸਪਲਿਨ ਆ, ਉਹ ਇਸ ਚੀਜ਼ ਨੂੰ ਇਜਾਜ਼ਤ ਦਿੰਦੇ। ਜੋ ਵਿਆਹ ਦੀ ਪਰਿਭਾਸ਼ਾ ਉਹ ਇਸਤਰੀ ਅਤੇ ਮਰਦ ਨਾਲ ਹੀ ਜਿਹੜੀ ਪਰਿਭਾਸ਼ਾ ਕੀਤੀ ਗਈ ਆ ਗੁਰਮਤਿ ਅਨੁਸਾਰ, ਜਿਹੜੀ ਮਤਲਬ ਆਪਾਂ ਇਹਨੂੰ ਜਥੇਬੰਦ ਧਰਮ ਦੀ ਕਹਿ ਸਕਦੇ ਆ। ਤੇ ਗੁਰੂ ਪਹਿਲਾਂ ਆਪਾਂ ਜ਼ਿਕਰ ਕੀਤਾ ਕਿ ਗੁਰੂ ਸਾਹਿਬਾਨ ਦੇ ਸਮੇਂ ਸਮੱਸਿਆ ਨਹੀਂ ਸੀ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਨਹੀਂ। ਓਕੇ, ਨਹੀਂ ਹੈ। ਵੈਸੇ ਇਹਨਾਂ ਦਾ ਸਵਾਲ ਵੀ ਇਹੀ ਹੈ ਕਿ ਜਿਹੜਾ ਗੁਰਬਾਣੀ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ LGBT, ਇਹਦੇ ਬਾਰੇ ਕੋਈ ਮੈਂਸ਼ਨ ਹੈ? ਨਹੀਂ, ਦੇਖੋ ਗੁਰਬਾਣੀ ਦੇ ਸ਼ਬਦ ਆ ਖੁਸਰਾ ਸ਼ਬਦ ਵਰਤਿਆ ਖੁਸਰੇ ਕਿਉਂ ਨਾ ਪਰਮਗਤ ਪਾਈ, ਜੋ ਬਿੰਦ ਰਾਜੋ ਤਰੀਆ ਪਾਈ, ਖੁਸਰਾ ਕਿਉਂ ਨਾ ਪਰਮਗਤ ਪਾਈ। ਇੱਕ ਥਾਂ ਹੋਰ ਆਉਂਦਾ, ਫਿਰ ਇੱਕ ਥਾਂ ਆਉਂਦਾ ਕਾਪੁਰਖ ਸ਼ਬਦ ਵਰਤਿਆ ਆ। ਓਕੇ, ਜਿਉਂ ਕਾਪੁਰਖ ਪੁਚਾਰਾ ਨਾਰੀ, ਹਾਂਜੀ, ਨਪੁੰਸਕ, ਇਹ ਸ਼ਬਦ ਵਰਤੇ ਹੋਏ ਆ, ਪਰ ਇਹਨਾਂ ਦੀ ਨਿਖੇਧੀ ਨਹੀਂ ਕੀਤੀ ਹੋਈ। ਓਕੇ, ਪਰ ਇਹਨਾਂ ਬਾਰੇ ਜੋ ਇਹਨਾਂ ਦੀ ਸਚਾਈ ਆ, ਜੋ ਕੁਦਰਤ ਨੇ ਇਹਨਾਂ ਨੂੰ ਜੋ ਪੱਲੇ ਪਾਇਆ, ਉਸ ਪੱਖ ਨੂੰ ਧਿਆਨ ਵੀ ਰੱਖ ਕੇ ਇੱਕ ਗੱਲ ਸਮਝਾਉਣ ਲਈ ਉਹ ਦ੍ਰਿਸ਼ਟਾਂਤ ਦਿੱਤਾ ਹੋਇਆ ਜੀ। ਹਾਂ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਹੋਏ ਆ ਕਿ ਕਿਤੜੇ ਖੁਸਰੇ ਹਿਜੜੇ ਕੀਤੜੇ ਗੁੰਗੇ ਤੁਤਲਾਣੇ। ਉੱਥੇ ਉਹਨਾਂ ਨੇ ਗੱਲ ਕੀਤੀ ਆ ਕਿ ਕਿੰਨੀ ਤਰ੍ਹਾਂ ਦੀ ਬੇਅੰਤਤਾ ਵਾਹਿਗੁਰੂ ਦੀ ਕੁਦਰਤ ਵਿੱਚ ਜੀ। ਪਰ ਉਹਨਾਂ ਗੱਲ ਕੀਤੀ, ਜਿਹੜੀ ਗੱਲ ਸਮਝਾਉਣ ਲਈ ਕੀਤੀ ਆ, ਉਹ ਗੱਲ ਹੈ ਕਿ ਗੁਰਪੂਰੇ ਬਣਾਵਣ ਜਾਣੇ। ਪਰ ਇਹ ਆਖਿਆ ਕਿ ਜਿਹੜੇ ਇਹ ਵੀ ਹੈਗੇ ਆ ਕੁਦਰਤ ਦਾ ਹਿੱਸਾ ਹੈਗੇ ਆ, ਪਰ ਭਾਵੇਂ ਉਹ ਸਾਬਤ ਸੁਰਤ ਆ, ਜਿਹਦਾ ਜਦੋਂ ਅਸੀਂ ਮਰਦੀ ਪਰਿਭਾਸ਼ਾ ਕਰਦੇ ਆ ਜਾਂ ਇਸਤਰੀ ਕਰਦੇ ਆ, ਪਰ ਜੇ ਉਹਦੇ ਪੱਲੇ ਇਨਸਾਨੀਅਤ ਨਹੀਂ ਤਾਂ ਉਹ ਅਧੂਰਾ ਮਨੁੱਖ ਆ। ਓਕੇ, ਪਰ ਦੂਸਰੇ ਪਾਸੇ ਜਿਹੜੇ ਹਿਜੜੇ ਖੁਸਰੇ ਜੋ ਆ, ਜੇਕਰ ਉਹਨਾਂ ਅੰਦਰ ਇਨਸਾਨੀਅਤ ਹੈ, ਉਹ ਵੀ ਪੂਰੇ ਮਨੁੱਖ ਆ। ਗੁਰਮਤਿ ਨੇ ਇਹਨਾਂ ਨੂੰ ਸਰਾਪੇ ਹੋਏ ਨਹੀਂ ਮੰਨਿਆ। ਓਕੇ, ਇਹਨਾਂ ਨੂੰ ਦੁਰਕਾਰਿਆ ਨਹੀਂ, ਜਿਵੇਂ ਆਮ ਆਵਾਮ ਹੈਗੀ ਆ। ਪਰ ਕਿਉਂਕਿ ਦ੍ਰਿਸ਼ਟਾਂਤ ਇਸ ਲਈ ਦਿੱਤਾ ਹੋਇਆ ਕਿ ਕਈ ਸਮਝਦੇ ਸੀਗੇ ਕਿ ਅਸੀਂ ਵਿਆਹ ਨਹੀਂ ਕਰਦੇ, ਉਹ ਵਿਆਹ ਨਾ ਕਰਾਉਣਾ ਹੀ ਉਹ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਜਿਹੜਾ ਆਪਣੇ ਆਪ ਚ ਲਈ ਬੈਠੇ ਸੀ। ਤਾਂ ਗੁਰੂ ਉੱਥੇ ਕਬੀਰ ਸਾਹਿਬ ਵੀ, ਉਹ ਗੁਰੂ ਸਾਹਿਬਾਨ ਦਾ ਵੀ ਵਚਨ ਆ, ਉਹਨਾਂ ਕਟਾਸ਼ ਕੀਤਾ ਕਿ ਜੇਕਰ ਇਹ ਗੱਲ ਆ ਤੇ ਖੁਸਰੇ ਜਿਹੜੇ ਆ ਤਾਂ ਉਹਨਾਂ ਨੂੰ ਕੁਦਰਤ ਨੇ ਜਿਹੜਾ ਇਸ ਤੋਂ ਵਾਂਝ ਰੱਖਿਆ ਆ, ਤਾਂ ਉਹ ਜੰਮਦੇ ਬ੍ਰਹਮ ਗਿਆਨੀ ਆ। ਉਹ ਤਾਂ ਉਹਨਾਂ ਨੂੰ ਪਰਮਗਤੀ ਪਾਈ ਹੋਈ ਆ, ਉਹਨਾਂ ਨੂੰ ਲੋੜ ਹੀ ਨਹੀਂ ਕੁਝ ਕਰਨ ਦੀ। ਬਿਲਕੁਲ ਬਿਲਕੁਲ। ਅੱਛਾ ਭਾਈ ਸਾਹਿਬ ਜੀ, ਇਦਾਂ ਨਹੀਂ ਹੋ ਸਕਦਾ? ਤੁਸੀਂ ਕਹਿੰਦੇ ਕਿ ਉਹ ਸਿਵਲ ਮੈਰਿਜ ਕਰ ਲੈਣ, ਤੇ ਹੁਣ ਕੋਈ ਬੱਚਾ ਬਾਹਰ ਜਾ ਕੇ ਸਿਵਲ ਮੈਰਿਜ ਕਰ ਲੈਂਦਾ ਤੇ ਮੁੜ ਕੇ ਉਹ ਆਪਣੇ ਉਹ ਵੈਡਿੰਗ ਜਿਹੜਾ ਜਿਨ੍ਹਾਂ ਦਾ ਵਿਆਹ ਹੋਇਆ, ਉਹ ਕਪਲ ਆ ਕੇ ਗੁਰਦੁਆਰਾ ਸਾਹਿਬ ਆਪਣੀ ਸ਼ਰਧਾ ਦੇ ਲਈ ਖੰਡ ਪਾਠ ਸਾਹਿਬ ਜਾਂ ਕੁਝ ਵੀ ਕਰਵਾ ਲੈਂਦਾ, ਉਹਦੀ ਇਜਾਜ਼ਤ ਗੁਰੂ ਕਰ ਦਿੰਦਾ? ਬਿਲਕੁਲ ਕਰਾ ਸਕਦੇ ਆ, ਕਿਉਂਕਿ ਤੁਸੀਂ ਇਹਨੂੰ ਮਨਾ ਨਹੀਂ ਕਰ ਸਕਦੇ। ਸੋ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ, ਇਹਨਾਂ ਨੂੰ ਸਾਨੂੰ ਐਜੂਕੇਟ ਕਰਨ ਲਈ ਧਾਰਮਿਕ ਜਿਹੜੇ ਸਥਾਨ ਆ, ਸਾਡੇ ਗੁਰਦੁਆਰੇ ਆ, ਇਹਨਾਂ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਆ? ਕਿਉਂਕਿ ਕਿਤੇ ਅਸੀਂ ਦੇਖਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਨੰਦ ਕਾਰਜ ਵੇਲੇ ਕੁਰਸੀਆਂ ਲੈ ਕੇ ਉਹਦੇ ਤੇ ਨਿਆਣੇ ਬਹਿ ਜਾਂਦੇ, ਬੱਚੇ ਉਹਦੇ ਤੇ ਬਹਿ ਕੇ ਆਨੰਦ ਕਾਰਜ ਕਰ ਲੈਂਦੇ ਆ। ਕਿਤੇ ਅਸੀਂ ਦੇਖਦੇ ਆ, ਹੁਣ ਪਿੱਛੇ ਜੇ ਥੋੜੇ ਸਮੇਂ ਦੀ ਗੱਲ ਆ, ਇੱਕ ਕੁੜੀ ਨੇ ਬਰੋਬਰ ਰਹਿ ਕੇ ਆਪਣੇ ਪਤੀ ਦੇ ਲਾਵਾਂ ਲਈਆਂ ਸੀ। ਉਹ ਕਹਿੰਦੀ ਮੈਂ ਕਿਉਂ ਪਿੱਛੇ ਹੋ ਕੇ ਲਾਵਾਂ ਲਵਾਂ, ਮੈਂ ਕੋਈ ਮੱਝ ਗਾਂ ਥੋੜੋ ਆ, ਤੁਸੀਂ ਮੇਰੇ ਹੱਥ 'ਚ ਫੜਾਤਾ ਰੱਸਾ ਤੇ ਤੁਸੀਂ ਮੈਨੂੰ ਖਿੱਚ ਕੇ ਲਾਵਾਂ ਲੈ ਲਈਆਂ ਵੀ ਹੁਣ ਤੁਸੀਂ ਤੁਹਾਡਾ ਅਧਿਕਾਰ ਹੋ ਗਿਆ। ਉਹ ਕਹਿੰਦੀ ਮੈਨੂੰ ਬਰੋਬਰਤਾ ਦਾ ਹੱਕ ਆ, ਮੈਂ ਬਰੋਬਰ ਕਦਮ ਚੱਲਣੇ ਆ। ਇੱਕ ਮਿੰਟ, ਇਹਦੇ ਨਾਲ ਗਿਆਨੀ ਜੀ, ਇੱਕ ਮਿੰਟ, ਤੁਹਾਡੇ ਸਵਾਲ ਦੇ ਨਾਲ ਮੈਂ ਇੱਕ ਹੋਰ ਐਡ ਅਪ ਕਰਦੇ ਆ। ਜਿਹੜੀ ਇਹ ਗੱਲ ਕੀਤੀ ਇਹਨਾਂ ਨੇ, ਇੱਥੇ ਪਿਛਲੇ ਦਿਨੀ ਸਾਡੇ ਲੋਵਰ ਮੇਨਲੈਂਡ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਰੇ ਨੇ, ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਦੇ ਵਿੱਚ ਨਿਹੰਗ ਸਿੰਘ ਨੌਜਵਾਨ ਹੈ, ਉਹਦੀ ਸ਼ਾਦੀ ਹੋਈ ਹੈ, ਲਾਵਾਂ ਲੈਣ ਲੱਗੇ, ਖੱਬੇ ਸੱਜੇ ਜਾਈਦਾ। ਉਹ ਕਹਿੰਦੇ ਜੀ ਮੈਂ ਤਾਂ ਸੱਜਿਓ ਖੱਬੇ ਜਾਊਂਗਾ, ਰੋਕੋ ਮੈਨੂੰ, ਮੈਂ ਤਾਂ ਕਰੂੰਗਾ ਏਦਾਂ, ਕਿਉਂਕਿ ਮੈਂ ਮਰਿਆਦਾ ਨੂੰ ਮੰਨਦਾ ਹੀ ਨਹੀਂ। ਡਾਕਟਰ ਜਗਜੀਤ ਪ੍ਰਕਰਮਾ ਜਿਹੜੇ ਹੈਗੇ ਆ, ਉਹ ਖੱਬੇ ਪਾਸਿਓਂ ਹੀ ਕਰਦੇ ਆ। ਨਿਹੰਗ ਸਿੰਘਾਂ ਦੀ ਆਪਣੀ ਪਰੰਪਰਾ ਜਿਹੜੀ ਆ, ਉਹ ਖੱਬੇ ਪਾਸੇ ਹੀ ਜਿਹੜੇ ਆ, ਇਵਨ ਦਰਬਾਰ ਸਾਹਿਬ ਤੁਸੀਂ ਦੇਖੋ ਕਦੇ, ਤਾਂ ਉਹ ਖੱਬੇ ਪਾਸੇ ਜਿਹੜੇ ਪ੍ਰਕਰਮਾ ਕਰਦੇ ਆ। ਇਹ ਨਿਹੰਗ ਸਿੰਘਾਂ ਦੀ ਆਪਣੀ ਇੱਕ ਪਰੰਪਰਾ, ਪੁੱਠੀ ਪਰੰਪਰਾ।
ਉਹ ਪੁੱਠੀ ਕਰੋ ਸੀ, ਉਹ ਆਪਣੇ ਨੂੰ ਸਿੱਧੀ ਕਹਿੰਦੇ, ਅਸੀਂ ਪੁੱਠੀ ਕਹਿੰਦੇ ਆ। ਓਕੇ, ਇਸ ਲਈ ਇਹ ਯਾਨੀ ਕਿ ਪੰਥ ਤੋਂ ਉਲਟ ਚੱਲਦਾ ਜਿਹੜਾ ਉਹਨਾਂ ਦਾ ਆਪਣਾ ਜਿਹੜਾ ਉਹਨਾਂ ਦਾ ਇੱਕ ਰਵਾਇਤ ਦਾ ਜਿਹੜੀ ਉਹ ਸੰਸਾ ਚੱਲਦੇ ਆ। ਓਕੇ, ਜਿੱਥੋਂ ਤੱਕ ਤੁਸੀਂ ਦੂਜੀ ਗੱਲ ਕੀਤੀ ਸੀ ਮੇਰੇ ਦਿਮਾਗ 'ਚ ਨਿਕਲ ਗਈ ਹਾਂ ਕਿ ਜਿਹੜੀ ਐਜੂਕੇਟ ਕਰਨ ਦੀ ਗੱਲ ਆ, ਐਜੂਕੇਟ ਕਰਨਾ, ਉਹ ਅਸੀਂ ਬਹੁਤ ਪਿੱਛੇ ਇਸ ਮਾਮਲੇ 'ਚ। ਜੀ ਜਿਹੜਾ ਪਿੱਛੇ ਤੁਰਨਾ ਇਹ ਕੋਈ ਗੁਲਾਮੀ ਦੀ ਨਿਸ਼ਾਨੀ ਨਹੀਂ। ਆਨੰਦ ਆਪਣੇ ਆਪ ਵਿੱਚ ਜਿਹੜਾ ਇੱਕ ਬੜਾ ਯੂਨੀਕ ਸ਼ਬਦ ਆ ਸਾਡਾ, ਕਿ ਜਿਹੜਾ ਕਿਸੇ ਨੂੰ ਗੁਲਾਮ ਨਹੀਂ, ਸਵਾਮੀ ਜਾਂ ਕਿਸੇ ਨੂੰ ਦਾਸ ਨਹੀਂ ਕਹਿੰਦਾ ਜੀ, ਬਲਕਿ ਮਿੱਤਰਤਾ ਦਾ ਦਰਜਾ ਪ੍ਰਾਪਤ ਹੁੰਦਾ, ਹਾਂ ਉਹ ਦਰਜਾ ਦੇ ਰਹੇ ਆ, ਜਿਹਦੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ। ਹਾਂ ਤੇ ਸਾਡੇ ਵਿੱਚ ਇਹ ਘਾਟ ਹੈਗੀ ਕਿ ਅਸੀਂ ਲੋਕ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਆਨੰਦ ਕਾਰਜ ਆਨੰਦ ਕਾਰਜ ਤੇ ਵਿਆਹ ਦੇ ਵਿੱਚ ਫਰਕ ਆਨੰਦ ਵਿਆਹ ਦਾ ਨਿਕਾਹ ਵਿੱਚ ਫਰਕ ਕੀ ਹੈ। ਓਕੇ, ਆਪਾਂ ਗੱਲ ਜਿਹੜਾ ਜਾਰੀ ਹੁਣ ਹੋ ਰਿਹਾ ਇਹ ਜਿਹੜਾ ਲੀਗਲੀ ਕੰਟਰੈਕਟ ਹੋ ਰਹੇ ਆ, ਜਿਹੜੇ ਹੁਣ ਮੈਰਿਜ ਹੋ ਰਹੀ ਆ, ਸਾਨੂੰ ਇਹ ਪੱਖ ਵਿਚਾਰਨਾ ਚਾਹੀਦਾ ਕਿ ਆਨੰਦ ਦਾ ਅਸਲ ਮਕਸਦ ਕੀ ਆ। ਆਪਾਂ ਗੱਲ ਕਰਦੇ ਹਾਂ ਜੀ ਡਾਕਟਰ ਜਗਜੀਤ ਸਿੰਘ ਨਾਲ ਨੇ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਨੂੰ ਵੀ, ਭਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਡਾਕਟਰ ਸਾਹਿਬ, ਇਹ ਟੌਪਿਕ ਬਹੁਤ ਇੰਪੋਰਟੈਂਟ ਹੈ ਔਰ ਬੜਾ ਡਿਟੇਲਡ ਇਨਫੋਰਮੇਸ਼ਨ, ਡਿਟੇਲਡ ਡਿਸਕਸ਼ਨ ਇਨਵਾਈਟ ਕਰਦਾ ਸਾਰੀ ਕਮਿਊਨਿਟੀ ਦੇ ਵਿੱਚ। ਜੀ ਜੀ ਪਰ ਇਹਦੇ ਨਾਲ ਇਹ ਵੀ ਹੈ ਕਿ ਸਾਨੂੰ ਜਿਹੜੀ ਰਹਿਤ ਮਰਿਆਦਾ ਹੈ ਹਾਂ ਉਹ ਕਿਉਂਕਿ 100 ਸਾਲ ਤੋਂ ਵੱਧ बढ़ ਗਈ ਹੈ, ਸਮਾਜ ਦੀਆਂ ਰਿਕੁਆਇਰਮੈਂਟ, ਸਮਾਜ ਦੇ ਰੂਲਸ, ਸਮਾਜ ਦੇ ਨਿਯਮ, ਰਹਿਣੀ ਸਹਿਣੀ ਬਦਲ ਰਹੀ ਹੈ, ਸਾਨੂੰ ਉਸ ਦੇ ਵੀ ਕੋਕ ਕਰਨੀ ਚਾਹੀਦੀ ਹੈ। ਓਕੇ, ਅਸੀਂ ਜੇ ਉਸੇ ਰਹਿਤ ਮਰਿਆਦਾ ਨੂੰ ਲੈ ਕੇ ਚੱਲਾਂਗੇ ਤਾਂ ਨੈਚੁਰਲੀ ਮੈਂ ਭਾਈ ਸਾਹਿਬ ਨਾਲ ਐਗਰੀ ਕਰਦਾ ਕਿ ਸੰਗਤੀ ਤੌਰ ਤੇ ਹਾਂ ਇਸ ਵੇਲੇ ਪ੍ਰੋਵੀਜ਼ਨ ਨਹੀਂ ਹੈ ਕਿ ਮੈਰਿਜ ਦੀ ਜਾਂ ਉਹ ਪਰਫਾਰਮੈਂਸ ਹੋ ਸਕੇ। ਓਕੇ, ਠੀਕ ਹੈ, ਆਫੀਸ਼ੀਅਲੀ ਠੀਕ ਹੈ, ਗਵਰਨਮੈਂਟਾਂ ਕਰ ਲਈਆਂ, ਸਿਵਲ ਮੈਰਿਜ ਕਰ ਲੈ, ਜੋ ਮਰਜ਼ੀ ਜਿੱਦਾਂ ਮਰਜ਼ੀ ਕਰ ਲੈਣ, ਦੈਟ ਇਜ਼ ਅ ਸੈਪਰੇਟ ਸਟੋਰੀ। ਹਾਂ ਦੂਸਰੀ ਗੱਲ ਭੈਣ ਜੀ ਨੇ ਕਿਹਾ ਕਿ ਗੁਰਦੁਆਰੇ ਤੇ ਉੱਤੇ ਗੁਰਦੁਆਰਾ ਜਦੋਂ ਅਸੀਂ ਬਣਾਉਂਦੇ ਆ ਬਕਾਇਦਾ ਉਹਦਾ ਇੱਕ ਨਿਯਮ ਹੈ ਔਰ ਰਹਿਤ ਮਰਿਆਦਾ ਹੀ ਸੰਗਤੀ ਗੁਰਦੁਆਰੇ ਬਣਾਉਣ ਦਾ ਤਰੀਕਾ ਲਿਖਿਆ ਹੋਇਆ। ਜੀ ਹਰ ਥਾਂ ਤੇ ਜਾ ਕੇ ਭਾਵੇਂ ਗੁਰੂ ਗ੍ਰੰਥ ਸਾਹਿਬ ਸੇਮ ਹੈ, ਘਰਾਂ ਵਿੱਚ ਵੀ ਹੈਗਾ, ਤੁਸੀਂ ਘਰ ਵਿੱਚ ਕਰ ਲੈਂਦੇ ਮੈਰਿਜ ਤਾਂ ਹੋ ਸਕਦਾ ਸ਼ਾਇਦ ਇਹ ਪ੍ਰੋਬਲਮ ਉੱਠਦੀ ਨਾ। ਜੀ ਜੀ, ਘਰ ਵਿੱਚ ਪ੍ਰਾਈਵੇਟਲੀ ਜੋ ਮਰਜ਼ੀ ਕਰੀ ਜਾਓ, ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਹਾਂ ਸੋ ਇਹਦੇ ਵਿੱਚ ਕਈ ਜਿਹੜੇ ਜਿੰਨੀਆਂ ਬਦਲਦੀਆਂ ਪ੍ਰਸਥਿਤੀਆਂ ਹੈਗੀਆਂ, ਬਦਲਦਾ ਹੋਇਆ ਸਿਨਾਰੀਓ ਹੈ, ਉਹਨੂੰ ਵੀ ਧਿਆਨ ਵਿੱਚ ਰੱਖਣਾ ਜੀ। ਇਹਦੇ ਨਾਲ ਇੱਕ ਹੋਰ ਮੁੱਦਾ ਮੈਂ ਸੋਚਾਂਗਾ ਕਿ ਅੱਗੋਂ ਤੁਸੀਂ ਇੱਕ ਲਵੋ ਜੀ, ਜਿਹਦੇ ਵਿੱਚ ਅਬੋਰਸ਼ਨ, ਰੇਪ, ਇਹ ਸਿੱਖੀ ਦੇ ਵਿੱਚ ਕਿਸ ਤਰੀਕੇ ਨਾਲ ਲਿੱਤੇ ਜਾਂਦੇ ਆ, ਇਸ ਮੁੱਦੇ ਤੇ ਵੀ ਜ਼ਰੂਰ ਡਿਸਕਸ ਕਰੋ। ਬਿਲਕੁਲ ਜੀ, ਇਹ ਬਹੁਤ ਇੰਪੋਰਟੈਂਟ ਮੁੱਦਾ ਹੈਗਾ ਕਿ ਅਸੀਂ ਇਸ ਇਸ਼ੂਜ਼ ਤੇ ਕਈ ਵਾਰੀ ਕੋਈ ਚੀਜ਼ ਡਿਸਕਸ਼ਨ ਵੀ ਨਹੀਂ ਕਰਦੇ। ਜੀ ਬਿਲਕੁਲ, ਜਿਹੜੀ ਗੱਲ ਇਹ ਇੱਕ ਇਹ ਆਉਣ ਵਾਲੇ ਵਕਤ ਲਈ ਹੈ। ਜੀ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਸਾਨੂੰ ਫੋਨ ਕਰਨ ਦੇ ਲਈ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਗਲਤ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਡਿਸਿਪਲਿਨ ਜਿਹੜਾ ਸਮੇਂ ਨਾਲ ਖੈਰ ਕਦਰੋਂ ਕੀਮਤਾਂ ਬਦਲਦੀਆਂ, ਉਹਦੇ ਕਾਫੀ ਕੁਝ ਚੇਂਜ ਹੁੰਦਾ, ਜੀ, ਪਰ ਕਿਸੇ ਵੀ ਧਰਮ ਜਿਹੜਾ ਜਥੇਬੰਦ ਧਰਮ ਹੁੰਦਾ ਉਹ ਆਪਣੀ ਜੋ ਰੀੜ ਦੀ ਹੱਡੀ ਹੁੰਦੀ ਆ ਉਹਨੂੰ ਉਹ ਬਦਲਣ ਦਾ ਅਧਿਕਾਰ ਨਹੀਂ ਹੁੰਦਾ। ਅਸੀਂ ਜਦੋਂ ਕਹਿੰਦੇ ਆ ਖਾਲਸਾ ਪੰਥ ਜਿਹੜਾ ਇਹ ਗੁਰੂ ਦਾ ਜਿਹੜਾ ਸਾਰਾ ਸਰੂਪ ਆ, ਪਰ ਸਮੁੱਚਾ ਖਾਲਸਾ ਪੰਥ ਵੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਲਾਈਨ ਵੀ ਨਹੀਂ ਬਦਲ ਸਕਦਾ। ਬਿਲਕੁਲ ਨਹੀਂ ਬਦਲ ਸਕਦਾ। ਨੋ, ਦੁਨੀਆ ਕੁਝ ਕਹਿੰਦੀ ਰਹੇ, ਕਾਨੂੰਨ ਕੁਝ ਬਣਦੇ ਰਹਿਣੇ ਆ, ਪਰ ਗੁਰੂ ਗ੍ਰੰਥ ਸਾਹਿਬ ਦਾ ਜੋ ਕਨਸੈਪਟ ਆ ਅਸੀਂ ਉਹਨੂੰ ਇੰਟਰਪ੍ਰੀਟ ਆਪਣੇ ਢੰਗ ਨਾਲ ਕਰ ਸਕਦੇ ਆ, ਪਰ ਕਦੇ ਵੀ ਸਮੁੱਚੇ ਰੂਪ ਵਿੱਚ ਉਹਨੂੰ ਮਾਨਤਾ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਰਹੀ, ਨਾ ਦਿੱਤੀ ਜਾਣੀ ਆ। ਲਈ ਸਾਨੂੰ ਇਹ ਵੀ ਧਿਆਨ ਰੱਖਣਾ ਪੈਣਾ ਕਿ ਅਸਲ ਵਿੱਚ ਜਾਂ ਤਾਂ ਵਿਆਹ ਦੀ ਪਰਿਭਾਸ਼ਾ ਜਿਹੜੀ ਆ ਉਹ ਬਦਲ ਦਿੱਤੀ ਜਾਂ ਬਦਲ ਵੀ ਦਿੱਤੀ, ਜਿਵੇਂ ਮੈਂ ਹੁਣ ਜੇ ਨਵੀਂ ਡਿਕਸ਼ਨਰੀ ਜਿਹੜੀਆਂ ਹੈਗੀਆਂ ਕਾਨੂੰਨ ਸੋਧ ਕੀਤੀ ਗਈ ਆ ਕਿ ਪਹਿਲਾਂ ਇਸਤਰੀ ਮਰਦ ਦੀ ਗੱਲ ਸੀ। ਇਵਨ ਹੁਣ ਜਿਹੜੇ ਅਸੀਂ ਲਾਇਸੈਂਸ ਆਉਂਦੇ ਆ ਵਿਆਹ ਆਨੰਦ ਹੁੰਦੇ ਆ, ਤੁਸੀਂ ਰਜਿਸਟਰ ਕਰਵਾਉਣੇ, ਉਹਦੇ ਵਿੱਚ ਪਾਰਟੀ ਸ਼ਬਦ ਵਰਤਿਆ ਦੋਵੇਂ ਥਾਈਂ। ਅੱਛਾ, ਪਾਰਟੀ ਪਹਿਲਾਂ ਬ੍ਰਾਈਡ ਗਰੂਮ ਸ਼ਬਦ ਵਰਤੇ ਹੁੰਦੇ ਸੀਗੇ, ਪਰ ਹੁਣ ਪਾਰਟੀ ਦੋਵੇਂ ਕਾਲਾਂ ਪਾਰਟੀ ਲਿਖਿਆ ਹੁੰਦਾ। ਉਹ ਉੱਤੇ ਤਾਂ ਜਾਨੀ ਲਾੜਾ ਲਾੜੀ ਨਹੀਂ, ਇਹ ਨਹੀਂ ਲਿਖਿਆ, ਪਾਰਟੀ ਲਿਖਿਆ ਹੁੰਦਾ। ਇਹ ਜਿਹੜੀ ਚੇਂਜਿੰਗ ਆ ਡਿਕਸ਼ਨਰੀ ਵਿੱਚ ਵੀ ਜਿਹੜੀ ਚੇਂਜਿੰਗ ਆ ਰਹੀ ਆ, ਇਹ ਜਿਹੜੀ ਧਰਮ ਦੀ ਪਰਿਭਾਸ਼ਾ ਜਿਹੜੀ ਆ ਉਹ ਆਪਣੇ ਥਾਂ ਜਿਹੜੀ ਆ, ਕਿਉਂਕਿ ਉਹਦਾ ਸਬੰਧ ਜਿਹੜਾ ਹੁੰਦਾ ਉਹ ਪ੍ਰਬਾਲੀਆਂ ਪ੍ਰਸਥਿਤੀਆਂ ਨਾਲ ਨਹੀਂ ਹੁੰਦਾ, ਉਹ ਤੁਹਾਡੇ ਮਨ ਨਾਲ, ਮਨ ਦੀ ਦੁਨੀਆ ਤੇ ਖੜਾ। ਇਸ ਲਈ ਜਿਹੜੀਆਂ ਹਜ਼ਾਰਾਂ ਸਾਲ ਪਹਿਲਾਂ ਮਨੁੱਖ ਦੀਆਂ ਬਿਮਾਰੀਆਂ ਸੀ, ਅੱਜ ਵੀ ਮਨ ਦੀਆਂ ਉਹੀ ਬਿਮਾਰੀਆਂ, ਇਹੀ ਬਿਮਾਰੀਆਂ ਰਹਿਣੀਆਂ। ਧਰਮ ਇਸ ਲਈ ਕਦੇ ਪੁਰਾਣਾ ਨਹੀਂ ਹੁੰਦਾ। ਧਰਮ ਤੋਂ ਭਾਵੇਂ ਨਾ ਸਮਝਣਾ ਕਿ ਜੋ ਰਿਚੁਅਲਿਟੀ ਆ, ਰਸਮੀ ਧਰਮ ਕਰਨ ਦੀ ਗੱਲ ਨਹੀਂ ਕਰ ਰਹੇ ਆ,
ਜੋ ਧਰਮ ਆ, ਧਰਮ ਦੀਆਂ ਕਦਰੋ ਕੀਮਤਾਂ ਜਿਹੜੀਆਂ ਉਹ ਕਦੀ ਬਦਲਦੀਆਂ ਨਹੀਂ। ਉਹਦਾ ਸੱਚ ਇਸ ਲਈ ਆ ਬਦਲਵਾਂ ਕਿਉਂਕਿ ਉਹ ਮਨੁੱਖ ਦੇ ਮਨ ਨਾਲ ਸੰਬੰਧਿਤ ਆ। ਬਾਹਰ ਤਰੱਕੀ ਦੀ ਭੌਤਿਕ ਤਰੱਕੀ ਹੁੰਦੀ ਆ, ਸਮਾਜ ਦਾ ਢਾਂਚਾ ਬਦਲਦਾ, ਸੋਚ ਬਦਲਦੀ ਆ, ਪਰ ਬਿਮਾਰੀਆਂ, ਮੈਂ ਉਦਾਹਰਨ ਤੌਰ ਤੇ ਮਹਾਤਮਾ ਬੁੱਧ ਨੂੰ ਜਦੋਂ ਪੁੱਛਦੇ ਆ ਕਿ ਦੁੱਖ ਕਿਉਂ ਆ, ਹੁਣ 2500 ਸਾਲ ਪਹਿਲਾਂ ਦਾ ਸਵਾਲ ਆ, ਉਹਨਾਂ ਦਾ ਉਹਦਾ ਤ੍ਰਿਸ਼ਨਾ। ਅੱਛਾ। ਤੇ ਅੱਜ ਵੀ ਜਿਹੜਾ ਕਾਰਨ ਆ ਉਹ ਬਦਲ ਗਿਆ। ਜੇ ਦੇਖੀ ਗੱਲ ਤ੍ਰਿਸ਼ਨਾ ਦੇ ਹੱਕ ਖੜੀ ਹੁੰਦੀ ਆ ਜੀ। ਇਹ ਲਈ ਧਾਰਮਿਕ ਇਸ ਲਈ ਜਿਹੜੀ ਦੀ ਸੱਚਾਈ ਆ ਉਹ ਸਰਵ ਵਿਆਪੀ ਹੁੰਦੀ ਆ ਔਰ ਸਰਬਕਾਲੀ ਹੁੰਦੀ ਆ। ਇਹਦੇ ਨਾਲ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਅਸੀਂ ਬਹੁਤ ਕੁਝ ਬਦਲ ਸਕਦੇ ਆ, ਬਦਲਦੀਆਂ, ਪਰ ਜਿਹੜਾ ਉਹਦਾ ਧੁਰਾ ਜਿਹੜਾ ਜਿਹਦੇ ਸਹਾਰੇ ਖੜਾ ਹੁੰਦਾ, ਜਿਹੜਾ ਉਹ ਸਹਾਰਾ ਬਾਹਰਲੇ ਤੇ ਨਹੀਂ ਖੜਾ ਹੁੰਦਾ। ਜੀ ਜੀ ਜੀ। ਇਸ ਕਰਕੇ ਸਾਨੂੰ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਜੀ ਕਿ ਮਰਿਆਦਾ ਵਿੱਚ ਅਸੀਂ ਬਹੁਤ ਕੁਝ ਬਦਲਾਅ ਕਰ ਸਕਦੇ ਆ, ਪਰ ਉਹਦੇ ਵਿੱਚ ਉਹਦੀ ਇੱਕ ਸੀਮਾ, ਹਾਂਜੀ, ਉਹ ਸੀਮਾ ਵਿੱਚ ਰਹਿ ਕੇ ਅਸੀਂ ਕੁਝ ਬਦਲ ਸਕਦੇ ਆ। ਜਿਹੜੇ ਬਾਹਰਲੇ ਬਦਲਾਅ ਆ ਜੀ, ਨਾ ਕਿ ਇਹ ਦੇਖ ਕੇ ਕਿ ਹਾਂ ਲੋਕਾਂ ਦਾ ਝੁਕਾਓ ਆ, ਹਾਂ ਕਾਨੂੰਨ ਬਦਲਦੇ ਆ ਕਿਉਂਕਿ ਉਹ ਵੋਟਾਂ ਦੇ ਸਹਾਰੇ ਖੜੇ ਆ। ਓਕੇ। ਧਰਮ ਨੇ ਕਥਿਤ ਧਰਮ ਲੋਕਾਂ ਨੇ ਉਹਨਾਂ ਸਵਾਰਥ ਲਈ ਬਦਲ ਦਿੰਦੇ ਆ, ਉਹ ਗੱਲ ਵੱਖਰੀ ਆ ਜੀ, ਪਰ ਧਰਮ ਦੀ ਸੱਚਾਈ ਜਿਹੜੀ ਹੁੰਦੀ ਆ ਉਹ ਵੋਟਾਂ ਦੇ ਆਧਾਰ ਤੇ ਖੜੀ ਨਹੀਂ ਹੁੰਦੀ। ਓਕੇ। ਸਵਾਲ ਇੱਥੇ ਪੈਦਾ ਹੁੰਦਾ ਹੈ, ਤੁਸੀਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ, ਤੁਸੀਂ ਵੀ ਹੁਣੇ ਜ਼ਿਕਰ ਕੀਤਾ ਹੈ ਕਿ ਜਿਹੜੀ ਗੁਰਬਾਣੀ ਹੈ ਉਹਨੂੰ ਪੰਥ ਨਹੀਂ ਬਦਲ ਸਕਦਾ, ਪਰ ਪੰਥ ਵੱਲੋਂ ਬਣਾਇਆ ਹੋਇਆ ਗੁਰਬਾਣੀ ਦੇ ਆਧਾਰ ਤੇ ਜਿਹੜਾ ਕੋਡ ਆਫ ਕੰਡਕਟ ਹੈ, ਜਿਹਨੂੰ ਅਸੀਂ ਸਿੱਖ ਰਹਿਤ ਮਰਿਆਦਾ ਕਹਿੰਦੇ ਆ, ਇਹਦੀ ਤਬਦੀਲੀ ਪਹਿਲਾਂ ਵੀ ਹੋਈ ਹੈ, ਜਿਹੜੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਤਕਰੀਬਨ 75 ਸਾਲ ਤੋਂ ਉੱਤੇ ਹੋ ਗਏ ਨੇ ਸਿੱਖ ਰਹਿਤ ਮਰਿਆਦਾ ਬਣੀ ਨੂੰ, ਕਿ ਇਹਦੇ ਵਿੱਚ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਇਹਦੇ ਵਿੱਚ ਤਬਦੀਲੀ ਆ ਸਕਦੀ ਹੈ? ਨਹੀਂ, ਬਹੁਤ ਕੁਝ ਕਿਉਂਕਿ ਸਮਾਜ ਸੋਸਾਇਟੀ ਜਿਹੜੀ ਇਹਦੇ ਕਦਰ ਕੀਮਤਾਂ ਸਮੇਂ ਬੜਾ ਕੋਈ ਬਦਲਾਅ ਹੁੰਦਾ, ਪਰ ਦੱਸਿਆ ਕੋ ਬਦਲਾਅ ਆ ਜਾਣੇ ਆ, ਆਉਣਗੇ, ਪਰ ਫਿਰ ਤੁਹਾਨੂੰ ਦੱਸਿਆ ਜਿਹੜਾ ਧੁਰਾ ਜਿਹੜਾ ਬੇਸ ਆ ਉਹਦੇ ਵਿੱਚ ਤਬਦੀਲੀ ਨਹੀਂ ਹੁੰਦੀ। ਓਕੇ, ਠੀਕ ਹੈ। ਉਹਦੇ ਸਾਡੇ ਜਿਹੜੇ ਆ ਬੇਸ ਜਿਹੜੇ ਜੀ ਜੀ ਵਿਗਿਆਨ ਕਾ ਤਰੱਕੀ ਕਰ ਲਵੇ, ਮੰਨ ਲਓ ਅਸੀਂ ਹੋ ਜਾਣੀ ਆ, ਹੋਈ ਵੀ ਹੋਈ ਆ ਕਿ ਸਾਧਨ ਹੋਣ ਕਿ ਇਸਤਰੀ ਦੇ ਪੇਟੋਂ ਬਲਕਿ ਮਰਦ ਦੀ ਵੀ ਐਸੀ ਸੁਵਿਧਾ ਆ ਜਾਵੇ ਜੀ ਕਿ ਹੋ ਜਾਵੇ, ਉਹ ਆਪਣੇ ਤੌਰ ਤੇ ਜਿਹੜਾ ਅਲੱਗ ਹੈ, ਪਹਿਲਾਂ ਕੁਦਰਤ ਦਾ ਜਿਹੜਾ ਵਿਧਾਨ ਹੈ ਇਸ ਰੂਪ ਵਿੱਚ ਜੀ ਗੁਰਮਤ ਉਹਨੂੰ ਬਣ ਕੇ ਤੁਰਦੀ ਆ, ਉਹਨੂੰ ਹੀ ਉਤਸ਼ਾਹਿਤ ਕਰਦੀ ਆ, ਪ੍ਰੋੜਤਾ ਕਰਦੀ ਆ ਜੀ। ਸਾਡੇ ਕੋਲ ਇੱਕ ਕਾਲਰ ਵੀ ਹੈ ਤੇ ਮੈਂ ਇੱਕ ਤੁਹਾਡੇ ਕੋਲੋਂ ਲਾਸਟ ਸਵਾਲ ਵੀ ਪੁੱਛਣਾ ਚਾਹੂੰਗੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਤੇਜ ਸਿੰਘ ਬੋਲ ਰਿਹਾ ਜੀ ਨਿਊਜ਼ੀਲੈਂਡ ਤੋਂ। ਹਾਂਜੀ, ਇਸ ਦਾ ਗੁਰਤੇਜ ਸਿੰਘ ਨਿਊਜ਼ੀਲੈਂਡ ਵਾਲੇ ਹੋ ਜੀ। ਬਹੁਤ ਵਧੀਆ ਵਿਚਾਰ ਚੱਲ ਰਿਹਾ ਜੀ, ਪਰ ਮੈਂ ਗਿਆਨੀ ਜਸਵੀਰ ਸਿੰਘ ਜੀ ਹੋਣਾ ਦੇ ਵਿਚਾਰਾਂ ਨਾਲ ਥੋੜਾ ਜਿਹਾ ਵੱਖਰੇਵਾਂ ਰੱਖਦਾ। ਜ਼ਰੂਰ ਜੀ। ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਅਖੰਡ ਪਾਠ ਸਾਹਿਬ ਤਾਂ ਕਰਾਉਣ ਲਈ ਗੁਰਦੁਆਰਾ ਸਾਹਿਬ ਆ ਜਾਏ, ਪਰ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ। ਤੁਹਾਨੂੰ ਇੱਕ ਹੀ ਪੱਧਰ ਰੱਖਣਾ ਪਏਗਾ, ਇੱਕ ਹੀ ਸਟੈਂਡਰਡ ਰੱਖਣਾ ਪਏਗਾ। ਅੱਛਾ, ਉਹਦੇ ਚ ਸਾਡਾ ਮਸਲਾ ਕਿਉਂ ਖੜਾ ਹੋਇਆ? ਮੈਂ ਚਲੋ ਹੋਰ ਕਿਸੇ ਬਹਿਸ ਚ ਨਹੀਂ ਆਉਣਾ ਚਾਹੁੰਦਾ, ਮਸਲਾ ਕਿਉਂ ਖੜਾ ਹੋਇਆ ਜੀ? ਭਾਵੇਂ ਚਾਰ ਲਾਵਾਂ ਲੈਣੀਆਂ ਹੋਣ, ਭਾਵੇਂ ਔਰਤ ਪਿੱਛੇ ਚੱਲੇ, ਇਹ ਸਾਡੇ ਗੁਰੂ ਸਾਹਿਬ ਦੇ ਦਿੱਤੇ ਹੋਏ ਨਹੀਂ ਹੈਗੇ ਰੀਤੀ ਰਿਵਾਜ ਜੀ। ਇਹ ਸਾਡੇ ਬਣਾਏ ਹੋਏ, ਇਹ ਜਿਹੜੀ ਰਸਮ ਹੈ ਇਹ ਸੰਨ 1800 ਦੇ ਵਿੱਚ ਕਿਤੇ ਬਣੀ ਹੈ ਜੀ। ਉਹ ਵੀ ਜਦੋਂ ਸਿੱਖਾਂ ਨੂੰ ਇਹ ਕਿਹਾ ਗਿਆ ਜੀ ਤੁਹਾਡੇ ਤਾਂ ਕੋਈ ਰਸਮ ਵੀ ਨਹੀਂ ਹੈਗੀ, ਤੁਹਾਡੇ ਬੱਚੇ ਤਾਂ ਹਰਾਮੀ ਨੇ, ਇਹ ਹੈ ਉਹ, ਤਾਂ ਉਦੋਂ ਜਿਹੜੇ ਵੀ ਮੋਹਤਵਰ ਸਿੱਖ ਸੀਗੇ ਉਹਨਾਂ ਨੇ ਇੱਕ ਰਵਾਇਤ ਤੋੜ ਦਿੱਤੀ ਜੀ। ਸੋ ਹੁਣ ਉਸ ਤੋੜੀ ਹੋਈ ਰਵਾਇਤ ਦੇ ਉੱਤੇ ਕਿੰਤੂ ਪਰੰਤੂ ਹੋ ਰਿਹਾ ਜੀ। ਮੈਂ ਨਹੀਂ ਸਮਝਦਾ ਵੀ ਇਹ ਸਾਡੇ ਕੋਲ ਗੁਰੂ ਸਾਹਿਬ ਦੇ ਉੱਤੇ ਕੋਈ ਹੋ ਰਿਹਾ, ਇਹ ਉਦੋਂ ਦੀ ਜਿਹੜੀ ਰਵਾਇਤ ਹੋ ਰਹੀ ਹੈ। ਸੋ ਜੇ ਪੰਥ ਨੇ ਉਹ ਰਵਾਇਤ ਹੋ ਰਹੀ ਹੈ, ਅੱਜ ਜੋ ਇਨਸਾਨਾਂ ਦੇ ਹੱਕ ਨੇ ਕੈਨੇਡਾ, ਅਮਰੀਕਾ, ਦੁਨੀਆ ਦੇ ਸਾਰੇ ਮੁਲਕਾਂ ਚ, ਆਸਟ੍ਰੇਲੀਆ, ਨਿਊਜ਼ੀਲੈਂਡ, ਕੀ ਉਹ ਉਹਨਾਂ ਹੱਕਾਂ ਦੇ ਬਰਾਬਰ ਹੈ ਕਿ ਚੱਲ ਸਕਦੇ ਨੇ? ਸੋ ਇਹ ਗੱਲ ਲੈ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ। ਬਹੁਤ ਮਿਹਰਬਾਨੀ। ਥੈਂਕ ਯੂ ਗੁਰਤੇਜ ਜੀ, ਥੈਂਕ ਯੂ ਜੀ। ਤੁਸੀਂ ਰਿਪੀਟ ਕਰੋ ਥੋੜਾ ਜਿਹਾ। ਮੈਂ ਉਹਨਾਂ ਨੇ ਜਿਹੜਾ ਸਵਾਲ ਕਹਿ ਰਹੇ ਸੀ, ਇਹ ਕੋਈ ਜ਼ਰੂਰੀ ਨਹੀਂ ਵੀ ਜਿਹੜੀ ਗਿਆਨੀ ਜੀ ਨੇ ਗੱਲ ਕਹੀ ਹੈ ਕਿ ਅਖੰਡ ਪਾਠ ਤਾਂ ਕਰਵਾ ਸਕਦਾ, ਅਨੰਤ ਕਾਰਜ ਨਹੀਂ ਕਰਵਾ ਸਕਦਾ। ਵਾਈ ਨਾਟ? ਨਹੀਂ, ਉਹ ਜਿਹਨਾਂ ਗੱਲ ਕੀਤੀ ਹੈਗੀ ਅਸੀਂ, ਹਾਂ, ਕਿਉਂਕਿ ਸਾਡਾ ਜਥੇਬੰਦ ਹੋਤੀ ਦਾ ਢਾਂਚਾ ਇਸ ਵੇਲੇ ਉਹਦੇ ਡਿਸਪਲਿਨ ਵਿੱਚ ਇਹ ਆਉਂਦਾ। ਓਕੇ। ਇਸ ਲਈ ਜਿਹੜਾ ਅਸੀਂ ਉਹਦੇ ਬਹੁਤ ਸਾਰਾ ਪੈਰਾ ਨਹੀਂ ਦੇ ਰਹੇ। ਕੁਝ ਬੰਦੇ ਹੁੰਦੇ ਆ ਜਿਹੜੇ ਮੰਨ ਲਓ ਕਰਪਟ ਬੰਦੇ ਆ, ਉਹਨਾਂ ਦੇ ਮਨਾ ਕਰ ਸਕਦੇ ਆ, ਪਰ ਕਰਦੇ ਨਹੀਂ ਲੋਕ, ਉੱਥੇ ਕਮਰਸ਼ੀਅਲ ਆ ਜਾਂਦੀ ਆ। ਬਿਲਕੁਲ ਜੀ। ਪਰ ਸਾਡੇ ਚ ਐਸਾ ਕੋਈ ਵਿਵਸਥਾ ਨਹੀਂ, ਕਿਉਂਕਿ ਐਸੀ ਸਮੱਸਿਆ ਆਈ ਨਹੀਂ ਕਿ ਜਿਹਨੂੰ ਅਸੀਂ ਉਹ ਮੇਰਾ ਵਿਅਕਤੀਗਤ ਨਿਰਣਾ ਨਹੀਂ ਹੋ ਸਕਦਾ ਨਾ। ਮੈਂ ਅਥਾਰਟੀ ਥੋੜੇ ਪੰਥ ਦਾ ਜਿਹੜਾ ਉਹ ਘੱਟੋ ਘੱਟ ਕੋਈ ਸਾਡੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਇਹਦੇ ਬਾਰੇ ਨਿਰਣਾ ਲੈਣ। ਮੈਂ ਨਿਰਾ ਮੈਂ ਮਤਲਬ ਇਕੱਲਾ ਬੰਦਾ ਪੰਥ ਨਹੀਂ ਨਾ ਕਿ ਮੈਂ ਨਿਰਣਾ ਲੈ ਲਵਾਂ ਜੀ ਜੀ। ਪਰ ਮੈਂ ਇਹ ਕਹਿਣਾ ਇਸ ਬਿਨਾਂ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਇਸ ਆਧਾਰ ਤੇ ਮਨਾ ਨਹੀਂ ਕਰ ਸਕਦੇ। ਜੀ ਜੀ।
ਈਵਨ ਜੇ ਮੰਨ ਲਓ ਵਿਆਹ ਕਰਾ ਕੇ ਸਿਵਲ ਕੋਰਟ ਤੋਂ ਆ ਕੇ ਉਹ ਮੱਥਾ ਟੇਕਣ ਆਉਂਦੇ, ਅਸੀਂ ਰੋਕ ਨਹੀਂ ਸਕਦੇ ਕਿ ਤੁਸੀਂ ਅੰਦਰ ਨਹੀਂ ਵੜ ਸਕਦੇ। ਬਿਲਕੁਲ ਜੀ ਬਿਲਕੁਲ। ਅੱਛਾ ਭਾਈ ਸਾਹਿਬ ਜੀ, ਇੱਕ ਅਸੀਂ ਲਾਸਟ ਸਵਾਲ ਹੈ ਮੈਂ ਤੁਹਾਡੇ ਤੋਂ ਜੀ। ਪੁੱਛਣਾ ਚਾਹੁੰਦੀ ਹਾਂ ਕਿਉਂਕਿ ਕਿ ਵਿਆਹ ਤੇ ਆਨੰਦ ਕਾਰਜ ਵਿੱਚ ਗੁਰਬਾਣੀ ਅਨੁਸਾਰ ਕੀ ਫਰਕ ਹੈ ਜੀ? ਨਹੀਂ ਦੇਖੋ, ਗੁਰਬਾਣੀ ਦੱਸਿਆ ਨਾ ਜਿਹੜੇ ਇਹ ਖਾਲਸੇ ਪੰਥ ਨੇ ਬਣਾਈਆਂ ਹਾਂ ਜਿਹੜੀਆਂ, ਜਿਸ ਨਾਲ ਕਾਲਰ ਨੇ ਵੀ ਜ਼ਿਕਰ ਕੀਤਾ ਇਹਨਾਂ ਨੇ ਕਿ ਜਿਹੜੀ ਰਹਿਤ ਮਰਿਆਦਾ ਜਿਹੜੀ ਆ ਖਾਲਸਾ ਪੰਥ ਦੀ ਬਣਾਈ ਹੈ, ਤਬਦੀਲੀ ਹੁੰਦੀ ਰਹੀਆਂ ਹੋਣਗੀਆਂ। ਹਾਂ ਪਰ ਜਿਹੜਾ ਗੁਰਬਾਣੀ ਵੀ ਦੱਸਿਆ ਆ ਜੋ ਕਨਸੈਪਟ ਵਿਆਹ ਦਾ, ਹਾਂ ਜਿਹੜਾ ਧਨ ਫਿਰ ਇਹ ਨਾ ਆਖੀਆਂ ਬੈਨ ਇਕੱਠੇ ਹੋਏ, ਇੱਕ ਜੋਤ ਮੂਰਤੀ ਧਨ ਫਿਰ ਇੱਕ ਹੀ ਐਸ ਹੋਏ, ਜੀ, ਜਿਹੜਾ ਇਹ ਸਾਡੇ ਕੋਲ ਆਦਰਸ਼ਕ ਨਮੂਨਾ ਵਿਆਹ ਦਾ ਜਦੋਂ ਅਸੀਂ ਦੇਖਦੇ ਹਾਂ, ਈਵਨ ਜਿਹੜਾ ਇਸਤਰੀ ਮਰਦ ਵਿੱਚ ਵੀ ਹੁੰਦਾ ਜਿਹੜਾ ਵਿਆਹ, ਉਹ ਵੀ ਤੇ ਪੂਰਾ ਉਹ ਨਹੀਂ ਉਤਰਦਾ। ਬਿਲਕੁਲ। ਪਰ ਚੂੰਕਿ ਦੱਸਿਆ ਜਿਸ ਨਾਲ ਗੱਲ ਕੀਤੀ ਹੈ ਅਸੀਂ ਕਿ ਕਾਲਰ ਦੀ ਗੱਲ ਠੀਕ ਆ, ਪਰ ਚੂੰਕਿ ਅਸੀਂ ਜਥੇਬੰਦੀ ਨਾਲ ਸੰਬੰਧਿਤ ਹਾਂ, ਸਾਡਾ ਜਥੇਬੰਦ ਧਰਮ ਆ, ਬਹੁਤ ਸਾਰੇ ਉਹ ਧਰਮ ਵੀ ਹੈਗੇ, ਉਹਨਾਂ ਧਰਮ ਨੇ ਆਪਣੇ ਨਿਯਮ ਬਣਾਏ ਹੁੰਦੇ ਆ, ਉਹਨਾਂ ਆਪਣੇ ਡਿਸਪਲਿਨ ਬਣਾਇਆ ਹੁੰਦਾ। ਡਿਸਪਲਿਨ ਆਉਣ ਵਾਲੇ ਸਮੇਂ ਜਿਹੜਾ ਉਹਦੇ ਵਿੱਚ ਉਹ ਕਰ ਸਕਦੇ ਆ, ਤਬਦੀਲੀ ਕੁਝ ਹੈਗੀ ਆ, ਹੋ ਸਕਦੀ ਹੈ, ਕੋਈ ਕਰ ਸਕਦੇ ਆ ਬਹੁਤ ਕੁਝ। ਪਰ ਜਿਹੜਾ ਸੋ ਫਾਰ ਸਾਡੇ ਕੋਲ ਵਿਅਕਤੀਗਤ ਤੌਰ ਤੇ ਸਾਡੇ ਕਿਸੇ ਕੋਲ ਅਧਿਕਾਰ ਨਹੀਂ ਕਿ ਅਸੀਂ ਉਹਨੂੰ ਚੇਂਜ ਕਰ ਦਈਏ, ਓਕੇ, ਤੇ ਉਹ ਪੰਥ ਨੂੰ ਪ੍ਰਵਾਨ ਕਰ ਲਵੇ। ਜੇ ਅਕਾਲ ਤਖਤ ਦਾ ਜਥੇਦਾਰ ਚਿੱਠੀ ਲਿਖ ਰਿਹਾ ਹੈ ਕਿ ਸਰਬਜੀਤ ਸਿੰਘ ਨੀਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਉਹਦੇ ਕੋਲ ਗੁਰਦੁਆਰਾ ਸਾਹਿਬ ਪਹੁੰਚਾ ਦੇਵੇ, ਕੀ ਅਕਾਲ ਤਖਤ ਦਾ ਜਥੇਦਾਰ ਇਹ ਵੀ ਲਿਖ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਫਿਰ ਤਬਦੀਲੀ ਹੋ ਸਕਦੀ ਹੈ ਸਿੱਖ ਰਹਿਤ ਮਰਿਆਦਾ ਦੀ, ਜੇ ਇਕੱਲਾ ਅਕਾਲ ਤਖਤ ਦਾ ਜਥੇਦਾਰ ਪੰਜੇ ਸਿੰਘ ਸਾਹਿਬਾਨ ਨੂੰ ਨਾਲ ਲੈ ਕੇ ਇਹ ਕਹਿ ਦੇਵੇ ਕਿ ਗੁਰਦੁਆਰਿਆਂ ਦੇ ਵਿੱਚ ਲੈਸਬੀਅਨ, ਗੇ, ਬਾਇਸੈਕਸੁਅਲ, ਟਰਾਂਸਜੈਂਡਰ ਇਹ ਆ ਕੇ ਗੁਰਦੁਆਰਿਆਂ ਦੇ ਵਿੱਚ ਮੱਥਾ ਤਾਂ ਟੇਕ ਸਕਦੇ ਆ, ਪਾਠ ਕਰਵਾ ਸਕਦੇ ਆ, ਤੇ ਫਿਰ ਵਿਆਹ ਕਿਉਂ ਨਹੀਂ? ਜੇ ਉਹ ਮਨਜ਼ੂਰੀ ਦੇਣ ਤਾਂ ਹੋ ਸਕਦਾ। ਸਾਰੇ ਦੇ ਪੰਥ ਜਿਹੜਾ ਸਾਡੇ ਦੀ ਬਦਕਿਸਮਤੀ ਆ ਕਿ ਪੰਥ ਇਸ ਲਈ ਇੱਕ ਪਲੇਟਫਾਰਮ ਤੇ ਨਹੀਂ ਖੜਾ, ਕੋਈ ਇੱਕ ਮਰਿਆਦਾ ਨੂੰ ਕਿਤੇ ਵੀ ਨਹੀਂ ਬਣਦਾ। ਹਾਂ ਪਰ ਇਹ ਵੀ ਕੁਝ ਲੋਕ ਜਿਹੜੇ ਉਹਨਾਂ ਨੂੰ ਫਾਲੋ ਕਰਦੇ ਆ, ਉਸ ਰੂਪ ਵਿੱਚ ਉਹਨਾਂ ਦਾ ਇਲਾਹੀ ਹੁਕਮ ਮੰਨਦੇ ਆ, ਕਹਿੰਦੇ ਆ ਇਲਾਹੀ, ਤੇ ਉਹ ਜ਼ਰੂਰ ਜਿਹੜਾ ਉਹਨੂੰ ਐਕਸੈਪਟ ਕਰਨਗੇ। ਕੁਝ ਜਥੇਬੰਦੀਆਂ ਦਾ ਵਿਰੋਧ ਕਰਨਗੀਆਂ, ਜਦੋਂ ਸਮੱਸਿਆ ਆਉਂਦੀ ਆ ਉਹਦਾ ਸਮਾਧਾਨ ਨਿਕਲਦਾ ਕਈ ਵਾਰ ਬਹੁਤ ਸਾਲ ਲੰਮਾ ਸਮਾਂ ਲੱਗ ਜਾਂਦਾ ਜੀ। ਪਰ ਅਸੀਂ ਕਿਸੇ, ਕਿਉਂਕਿ ਮੈਂ ਇੱਕ ਵਿਅਕਤੀ ਹਾਂ, ਮੇਰੀ ਕੋਈ ਅਥਾਰਟੀ ਨਹੀਂ ਮੈਂ ਜੀ, ਇਸ ਲਈ ਮੈਂ ਆਪਣੇ ਤੌਰ ਤੇ ਇੱਕ ਇਹ ਦਾਵਾ ਨਹੀਂ ਕਰ ਸਕਦਾ ਕਿ ਹਾਂ ਜੀ ਜੀ, ਇਸ ਲਈ ਮੈਂ ਤੇ ਇੱਕ ਵਿਅਕਤੀਗਤ ਪੱਧਰ ਤੇ ਹੀ ਗੱਲ ਕਰ ਸਕਦਾ। ਬਿਲਕੁਲ, ਅਸੀਂ ਕਿਸੇ ਦਿਨ ਫਿਰ ਬਹੁਤ ਹੀ ਡੀਪ ਇਸ ਦੇ ਉੱਤੇ ਇਹਦੇ ਉੱਤੇ ਬੜੀ ਜ਼ਿਆਦਾ ਚਰਚਾ ਦੀ ਲੋੜ ਹੈ, ਪਰ ਤੁਸੀਂ ਸਮਾਂ ਕੱਢਿਆ, ਤੁਹਾਡਾ ਤਹਿ ਦਿਲੋਂ ਧੰਨਵਾਦ। ਬੜੀ ਅਹਿਮ ਗੱਲਬਾਤ ਹੋਈ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਕੁਲਦੀਪ ਸਿੰਘ ਜੀ, ਆਪਣਾ ਵੀ ਹੁਣ ਸਮਾਂ ਹੋ ਗਿਆ ਜੀ ਜਾਣ ਦਾ, ਤੇ ਆਪਾਂ ਅੱਜ ਥੋੜਾ ਜਿਹਾ ਸਮਾਂ ਵੱਧ ਹੀ ਲੈ ਲਿਆ। ਕੋਈ ਗੱਲ ਨਹੀਂ ਜੀ, ਅਸਲ 'ਚ ਇਦਾਂ ਹੈ ਕਿ ਸਾਡੇ ਦਰਸ਼ਕ ਨੇ ਜਿਹੜੇ ਜਿੰਨਾ ਪਿਆਰ, ਸਤਿਕਾਰ ਤੇ ਮਾਣ ਦਿੰਦੇ ਆ, ਮੇਰਾ ਖਿਆਲ ਹੈ ਇਹਨਾਂ ਪ੍ਰੋਗਰਾਮਾਂ ਨੂੰ ਉਚੇਚੇ ਤੌਰ ਤੇ ਜਿਹੜੇ ਸਾਡੇ ਵਪਾਰੀ ਵੀਰ ਨੇ ਉਹਨਾਂ ਨੂੰ ਉਚੇਚੇ ਤੌਰ ਤੇ ਇਹ ਖਾਸ ਕਰਕੇ ਕਿ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਜ਼ਰੂਰ ਕਰਿਆ ਕਰੋ, ਤਾਂ ਜੋ ਦੁਨੀਆ ਦੇ ਹਰ ਕੋਨੇ-ਕੋਨੇ ਤੱਕ ਜਿਹੜੀ ਸੱਚਾਈ ਹੈ ਉਹ ਪਹੁੰਚ ਸਕੇ। ਦੋ ਗੱਲਾਂ ਸੀ, ਦੋਨਾਂ ਦੇ ਜਵਾਬ ਤੁਸੀਂ ਬੜੇ ਧਿਆਨ ਨਾਲ ਸੁਣੇ ਨੇ। ਡਾਕਟਰ ਜਗਜੀਤ ਸਿੰਘ ਵੀ ਤੇ ਨਾਲ ਡਾਕਟਰ ਪੁਰਜੀ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਰਬਾਣੀ ਦਾ ਸਤਿਕਾਰ ਹੈ ਜਿਹੜਾ ਉਹ ਪੂਰਾ ਰੱਖਣਾ ਚਾਹੀਦਾ ਹੈ, ਪਰ ਜਿਹੜੇ ਅਧਿਕਾਰ ਨੇ, ਭਾਵੇਂ ਉਹ ਲੈਸਬੀਅਨ ਨੇ, ਭਾਵੇਂ ਉਹ ਗੇ ਨੇ, ਭਾਵੇਂ ਉਹ ਬਾਇਸੈਕਸੁਅਲ ਨੇ ਜਾਂ ਟਰਾਂਸਜੈਂਡਰ ਨੇ, ਉਹਨਾਂ ਨੂੰ ਉਨੇ ਹੀ ਅਧਿਕਾਰ ਨੇ। ਜੇ ਪਰਿਵਾਰ ਦੇ ਵਿੱਚ ਸਾਡੇ ਕੋਈ ਲੰਗੜੀ ਜਾਂ ਕਾਣੀ ਕੁੜੀ ਜੰਮ ਪਵੇ ਤੇ ਅਸੀਂ ਉਹਨੂੰ ਪਰਿਵਾਰ ਦੇ ਵਿੱਚੋਂ ਕੱਢ ਨਹੀਂ ਦਿੰਦੇ। ਜਿਹਦੀ ਇੱਕ ਲੱਤ ਨਹੀਂ ਉਹਨੂੰ ਸਮਾਜ ਦੇ ਵਿੱਚੋਂ ਛੇਕ ਨਹੀਂ ਦਿੱਤਾ ਜਾਂਦਾ ਕਿ ਉਹਦੀ ਇੱਕ ਲੱਤ ਸਵੀਕਾਰ ਹੈ। ਸੋ ਜਿਹਨਾਂ ਲੋਕਾਂ ਦਾ ਆਪਣਾ ਸ਼ੌਂਕ ਹੈ, ਜਿਹੜੇ ਲੋਕ ਇਸ ਪਾਸੇ ਜੁੜੇ ਹੋਏ ਨੇ ਜਾਂ ਜਿਨ੍ਹਾਂ ਦਾ ਪ੍ਰਵਿਰਤੀ ਇਸ ਪਾਸੇ ਆ, ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਹੈ। ਪਰ ਸਾਡਾ ਕੰਮ ਹੈ, ਸਾਡੀ ਡਿਊਟੀ ਹੈ ਮਾਈਕ ਦੇ ਉੱਤੇ ਬਹਿ ਕੇ ਕਿ ਸੱਚ ਹੈ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਣਾ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ। ਬਿਲਕੁਲ ਜੀ, ਇਸੇ ਤਰ੍ਹਾਂ ਮੇਰੀ ਤੁਹਾਡੇ ਨਾਲ ਅੱਜ ਸ਼ਾਮੀ ਫਿਰ ਮੁਲਾਕਾਤ ਹੋਵੇਗੀ ਗੱਲਾਂ ਖਰੀਆਂ ਵਿੱਚ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਕੱਲ ਸਵੇਰੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਖਬਰਸਾਰ ਵਿੱਚ ਬਲਵੀਰ ਕੌਰ ਢਿੱਲੋਂ ਹੋਣਾ ਦੇ ਨਾਲ। ਤੇ ਹੁਣ ਦਿਓ ਤੁਸੀਂ ਸਾਨੂੰ ਇਜਾਜ਼ਤ, ਖਿਆਲ ਰੱਖਿਓ ਜੀ। ਸਾਡੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ।